वाहिगुरु जी का खालसा वाहिगुरु जी की फतेह। गुरु प्यारी गुरु सवारी साध संगत आप जी जुड़ चुके हो सवेर दी इस ऑनलाइन गुरमत क्लास विच, जिस विच आपां खालसे दा इतिहास 17वीं सदी दे इतिहास दे बारे आपां जानकारी जिहड़ी है साझी कर रहे हैं कि किवें खालसा राज दी जिहड़ी है स्थापना हुई। ਉਹਦੇ ਵਿੱਚ ਆਪ ਜੀ ਨੇ ਪਿਛਲੇ ਦਿਨਾਂ ਦੇ ਅੰਦਰ ਸਰਵਣ ਕੀਤਾ ਹੈ ਕਿ ਹਿੰਦੁਸਤਾਨ ਦੇ ਉੱਪਰ ਮੁਗਲਿਆ ਸਲਤਨਤ ਜਿਹੜੀ ਹੈ, ਮੁਗਲ ਸਾਮਰਾਜ ਹੈ, ਉਹ ਕਿਸ ਪ੍ਰਕਾਰ ਹਿੰਦੁਸਤਾਨ ਦੀ ਧਰਤੀ ਤੇ ਫੈਲਿਆ ਹੈ। ਉਸ ਤੋਂ ਬਾਅਦ ਨਾਦਰ ਸ਼ਾਹ ਦੇ ਬਾਰੇ ਆਪ ਜੀ ਨੇ ਸੁਣਿਆ ਸੀ ਕਿ ਨਾਦਰ ਸ਼ਾਹ ਨੇ ਕਿਸ ਪ੍ਰਕਾਰ ਇੱਕ ਆਜੜੀ ਦਾ ਮੁੰਡਾ ਹੋ ਕੇ ਤੇ ਈਰਾਨ ਦਾ ਤਖਤ ਜਿਹੜਾ ਹੈ ਉਹਨੂੰ ਹਾਸਲ ਕੀਤਾ, ਈਰਾਨ ਦਾ ਬਾਦਸ਼ਾਹ ਬਣਿਆ। ਫਿਰ ਉਸ ਤੋਂ ਬਾਅਦ ਜੋ ਅਫਗਾਨਾਂ ਨੇ ਰਾਜ ਕੀਤਾ ਸੀ ਈਰਾਨ ਦੇ ਉੱਤੇ, ਉਹਨਾਂ ਨੂੰ ਉੱਥੋਂ ਭਜਾ ਦਿੱਤਾ ਇਸ ਨਾਦਰ ਸ਼ਾਹ ਨੇ। ਤੇ ਉਸ ਤੋਂ ਬਾਅਦ ਅਫਗਾਨਿਸਤਾਨ ਜੋ ਪਹਿਲਾਂ ਦਿੱਲੀ ਦਾ ਇੱਕ ਸੂਬਾ ਸੀ, ਉਹਦੇ ਉੱਤੇ ਕਬਜ਼ਾ ਨਾਦਰ ਸ਼ਾਹ ਨੇ ਕੀਤਾ ਹੈ। ਫਿਰ ਨਾਦਰ ਸ਼ਾਹ ਨੇ ਪਿਸ਼ਾਵਰ ਦੇ ਉੱਤੇ ਆਪਣਾ ਕਬਜ਼ਾ ਜਿਹੜਾ ਉਹ ਕਰ ਲਿਆ ਹੈ। ਸੋ ਇਸ ਤੋਂ ਅੱਗੇ ਫਿਰ ਨਾਦਰ ਸ਼ਾਹ ਕਿਵੇਂ ਹਿੰਦੁਸਤਾਨ ਵੱਲ ਨੂੰ ਵੱਧਦਾ ਹੈ, ਉਸ ਸਾਰੀ ਘਟਨਾ ਨੂੰ ਕਿਵੇਂ ਲੁੱਟ ਮਾਰ ਕਰਦਾ ਹੈ, ਸਿੱਖਾਂ ਦਾ ਇਹਦੇ ਵਿੱਚ ਕੀ ਰੋਲ ਹੈ, ਸਿੱਖਾਂ ਨੂੰ ਕਿੰਨਾ ਕਿਹੋ ਜਿਹਾ ਸਮਾਂ ਸੀ ਉਸ ਸਮੇਂ ਸਿੱਖਾਂ ਦੇ ਬਾਰੇ ਆਪਾਂ ਇਹ ਸਾਰੀ ਵਿਚਾਰ ਅੱਜ ਦੀ ਇਸ ਕਲਾਸ ਦੇ ਵਿੱਚ ਕਰਨੀ ਹੈ। ਸੋ ਆਪ ਜਿੰਨੇ ਵੀ ਗੁਰਮੁਖ ਪਿਆਰੇ ਜੁੜੇ ਹੋ ਸਰਬਾ ਸੰਗਤ ਦਾ ਧੰਨਵਾਦ। ਆਓ ਆਪਾਂ ਇਸ ਕਲਾਸ ਦੀ ਆਰੰਭਤਾ ਕਰੀਏ। ਆਰੰਭਤਾ ਤੋਂ ਪਹਿਲਾਂ ਫਤਿਹ ਨਾਲ ਸਾਂਝ ਪਾਓ। ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਨਾਦਰ ਸ਼ਾਹ ਜੋ ਹੈ ਪਿਸ਼ਾਵਰ ਦੇ ਉੱਤੇ ਕਬਜ਼ਾ ਕਰ ਲੈਂਦਾ ਹੈ। ਨਾਸਰ ਖਾਨ ਦੀ ਥੋੜੀ ਜਿਹੀ ਫੌਜ ਹੈ ਜਿਨ੍ਹਾਂ ਨੂੰ 5 ਸਾਲਾਂ ਤੋਂ ਤਨਖਾਹ ਨਹੀਂ ਸੀ ਮਿਲੀ। ਉਸ ਥੋੜੀ ਜਿਹੀ ਫੌਜ ਦੇ ਨਾਲ ਟਾਕਰਾ ਕਰਨ ਤੋਂ ਬਾਅਦ ਉਹਨਾਂ ਨੂੰ ਹਰਾ ਕੇ 20 ਨਵੰਬਰ 1738 ਨੂੰ ਪਿਸ਼ਾਵਰ ਮੱਲ ਲੈਂਦਾ ਹੈ ਨਾਦਰ ਸ਼ਾਹ। ਹੁਣ ਈਰਾਨ ਤੋਂ ਲੈ ਕੇ ਅਫਗਾਨਿਸਤਾਨ ਦਾ ਇਲਾਕਾ, ਪਿਸ਼ਾਵਰ ਦਾ ਇਲਾਕਾ, ਇਹ ਸਾਰਾ ਨਾਦਰ ਸ਼ਾਹ ਦੇ ਅਧੀਨ ਹੋ ਗਿਆ। ਫਿਰ ਸਾਧ ਸੰਗਤ, ਜਿਹੜੇ ਜਰਨੈਲ ਨੂੰ ਜਿੱਤਣ ਦਾ ਵੱਲ ਆ ਜਾਵੇ, ਜਿਹਦੇ ਦਿਲ ਦੇ ਵਿੱਚ ਇਹ ਹੋਵੇ ਕਿ ਮੈਂ ਜੇਤੂ ਜਰਨੈਲ ਆ, ਉਹ ਇੱਕ ਥਾਂ ਟਿੱਕੇ ਨਹੀਂ ਬਹਿੰਦਾ ਹੁੰਦਾ। ਉਹਨੂੰ ਇੰਝ ਹੁੰਦਾ ਕਿ ਮੈਂ ਹੋਰ ਆਪਣਾ ਰਾਜ ਜਿਹੜਾ ਉਹ ਵਧਾਵਾਂ। ਇਸੇ ਗੱਲ ਕਰਕੇ ਪਿਸ਼ਾਵਰ ਤੇ ਹਮਲਾ ਕਰਕੇ ਉਸ ਤੋਂ ਬਾਅਦ ਨਾਦਰ ਸ਼ਾਹ ਨੇ ਅਟਕ ਜਿਹੜਾ ਹੈ ਉਹਨੂੰ ਪਾਰ ਕੀਤਾ, ਭਾਵ ਇੱਧਰ ਨੂੰ ਆਇਆ ਹੈ ਹਿੰਦੁਸਤਾਨ ਵੱਲ ਨੂੰ। ਲਾਹੌਰ ਦੇ ਉਰੇ ਜਿਹੜਾ ਸੀ ਇਹਨੂੰ ਕਿਸੇ ਪ੍ਰਕਾਰ ਦੀ ਕੋਈ ਰੁਕਾਵਟ ਨਹੀਂ ਆਈ ਲਾਹੌਰ ਤੱਕ। ਇਹਨੇ ਲਾਹੌਰ ਤੱਕ ਦਾ ਇਲਾਕਾ, ਲਾਹੌਰ ਤੋਂ ਪਰੇ ਵਾਲਾ ਸਾਰਾ ਜਿਹੜਾ ਆਪਣੇ ਅਧੀਨ ਕਰ ਲਿਆ। ਫਿਰ ਖਾਨ ਬਹਾਦਰ ਜ਼ਕਰੀਆ ਖਾਨ ਲਾਹੌਰ ਦਾ ਸੂਬੇਦਾਰ ਹੈ ਤੇ ਇਹ ਉਧਰੋਂ ਲੁੱਟਮਾਰ ਕਰਦਾ ਹੋਇਆ, ਆਪਣੇ ਕਬਜ਼ੇ ਕਰਦਾ ਹੋਇਆ ਲਾਹੌਰ ਤੱਕ ਪਹੁੰਚਿਆ। ਤੇ ਨਾ ਹੀ ਲਾਹੌਰ ਦਾ ਸੂਬੇਦਾਰ ਜ਼ਕਰੀਆ ਖਾਨ ਇਹਦੇ ਨਾਲ ਲੜਨਾ ਚਾਹੁੰਦਾ ਸੀ ਨਾਦਰ ਸ਼ਾਹ ਦੇ ਨਾਲ, ਨਾ ਹੀ ਕੋਈ ਟੱਕਰ ਲੈਣੀ ਚਾਹੁੰਦਾ ਸੀ। ਇਸ ਕਰਕੇ ਉਹਨੇ ਦਿੱਲੀ ਲਿਖ ਕੇ ਭੇਜਿਆ, ਜੋ ਮੁਹੰਮਦ ਸ਼ਾਹ ਰੰਗੀਲਾ ਉਸ ਸਮੇਂ ਉੱਥੋਂ ਦਾ ਹਾਕਮ ਹੈ ਦਿੱਲੀ ਦਾ, ਜਿਹਦੇ ਅਧੀਨ ਸਾਰਾ ਇਲਾਕਾ ਆਉਂਦਾ ਹੈ, ਪੰਜਾਬ ਦਾ, ਲਾਹੌਰ ਦਾ ਵੀ। ਇਹਨੇ ਉਹਨੂੰ ਲਿਖ ਕੇ ਭੇਜਿਆ ਕਿ ਭਾਈ ਨਾਦਰ ਸ਼ਾਹ ਆ ਰਿਹਾ, ਉਹਦੇ ਟਾਕਰੇ ਦੇ ਵਾਸਤੇ ਥੋੜੀ ਫੌਜ ਜਿਹੜੀ ਉਹ ਭੇਜੋ ਦਿੱਲੀ ਤੋਂ, ਉਹਦੇ ਟਾਕਰੇ ਵਾਸਤੇ। ਤੇ ਪਰ ਰੰਗੀਲੇ ਨੇ ਕਿਸੇ ਪ੍ਰਕਾਰ ਦਾ ਕੋਈ ਝਗੜਾ ਤੇ ਕੀ ਕਰਨਾ ਸੀ, ਉਹਨੇ ਕਿਸੇ ਪ੍ਰਕਾਰ ਦੀ ਕੋਈ ਮਦਦ ਇਹਨੂੰ ਨਾ ਭੇਜੀ। ਫਿਰ ਅੰਤ ਨੂੰ
बहादुर शाह कल्ला ही रावी के कंढे ते गया नादर शाह नाल लड़न वास्ते। 11 जनवरी 1739 ईस्वी ਨੂੰ ਇਹ ਪਹਿਲੀ ਮੁੱਠਭੇੜ ਸੀ ਜਿਹੜੀ ਬਹਾਦਰ ਸ਼ਾਹ ਤੇ ਨਾਦਰ ਸ਼ਾਹ ਦੇ ਅਧੀਨ ਹੋਈ। ਇਹਦੇ ਵਿੱਚ ਬਹਾਦਰ ਸ਼ਾਹ ਹਾਰ ਗਿਆ, ਖਾਨ ਬਹਾਦਰ ਜ਼ਕਰੀਆ ਖਾਨ ਹਾਰ ਗਿਆ। ਜ਼ਕਰੀਆ ਖਾਨ ਤੇ ਉਹਨੇ ਨਾਦਰ ਦੀ ਈਨ ਮੰਨ ਲਈ ਤੇ ਉਹਦੇ ਵੱਲੋਂ ਲਾਹੌਰ ਦਾ ਸੂਬੇਦਾਰ ਥਾਪਿਆ ਗਿਆ। ਧਿਆਨ ਦੇਣਾ, ਪਹਿਲੋਂ ਇੱਥੋਂ ਦਾ ਸੂਬੇਦਾਰ ਜ਼ਕਰੀਆ ਖਾਨ ਸੀ ਦਿੱਲੀ ਦੇ ਵੱਲੋਂ, ਹੁਣ ਨਾਦਰ ਸ਼ਾਹ ਨੇ ਇਹਨੂੰ ਆਪਣੇ ਵੱਲੋਂ ਇੱਥੋਂ ਦਾ ਸੂਬੇਦਾਰ ਥਾਪ ਦਿੱਤਾ ਲਾਹੌਰ ਦਾ। ਤੇ ਨਾਦਰ ਨੇ ਖਾਨ ਬਹਾਦਰ ਨੂੰ ਜ਼ਕਰੀਆ ਖਾਨ ਨੂੰ ਆਪਣੇ ਅਧੀਨ ਸੂਬੇਦਾਰ ਬਣਾ ਲਿਆ ਸੀ, ਪਰ ਫਿਰ ਵੀ ਇਹਦੇ ਦਿਲ ਦੇ ਵਿੱਚ ਡਰ ਸੀ ਕਿ ਜੇ ਦਿੱਲੀ ਪਤਾ ਲੱਗ ਗਿਆ ਲੜਾਈ ਦੇ ਪਿੱਛੋਂ ਤੇ ਮੇਰਾ ਤੇ ਫਿਰ ਰਹਿਣਾ ਬਹੁਤ ਮਾੜਾ ਹੋ ਜਾਏਗਾ, ਬਗਾਵਤ ਹੋ ਜਾਏਗੀ। ਸੋ ਇਹਨੇ ਨਾਦਰ ਜਿਹੜਾ ਸੀ ਜਦੋਂ ਵਧਿਆ ਦਿੱਲੀ ਵੱਲ ਨੂੰ ਤੇ ਨਾਦਰ ਨੇ ਖਾਨ ਬਹਾਦਰ ਦਾ ਪੁੱਤਰ ਜਿਹੜਾ ਹਯਾਤੁੱਲਾ ਤੇ ਦੀਵਾਨ ਲਖਪਤ ਰਾਏ ਦਾ ਪੁੱਤਰ ਦਲਪਤ ਰਾਏ ਜਿਹੜਾ ਇਹਨਾਂ ਨੂੰ ਨਿਜ਼ਾਮਤ ਦੇ ਵਜੋਂ ਨਾਲ ਲੈ ਗਿਆ ਆਪਣੇ, ਤੇ ਨਾਲ ਥੋੜੀ ਜਿਹੀ ਫੌਜ ਵੀ ਨਾਦਰ ਸ਼ਾਹ ਆਪਣੇ ਨਾਲ ਲੈ ਗਿਆ। ਇਹਨੂੰ ਸੀ ਜ਼ਕਰੀਆ ਖਾਨ ਨੂੰ ਕਿ ਚਲੋ ਮੈਂ ਆਪਣੀ ਫੌਜ ਭੇਜਾਂਗਾ ਤੇ ਇਹ ਜਿੱਤ ਜਾਵੇਗਾ ਨਾਦਰ ਸ਼ਾਹ ਤੇ ਦਿੱਲੀ ਤਖਤੇ ਦੇ ਉੱਤੇ ਜਦੋਂ ਇਹ ਬਹਿ ਗਿਆ ਫਿਰ ਮੈਨੂੰ ਕਿਹਨੇ ਪੁੱਛਣਾ, ਮੈਂ ਆਪਣਾ ਜਿਹੜਾ ਸਹੀ ਸਲਾਮਤ ਸੂਬੇਦਾਰੀ ਕਰਾਂਗਾ। ਇਸ ਕਰਕੇ ਇਹ ਉਹਨਾਂ ਨੂੰ ਹਯਾਤੁੱਲਾ ਖਾਨ ਜਿਹੜਾ ਜ਼ਕਰੀਆ ਖਾਨ ਦਾ ਪੁੱਤਰ ਹੈ ਉਹਨੂੰ ਤੇ ਲਖਪਤ ਰਾਏ ਦਾ ਪੁੱਤਰ ਜਿਹੜਾ ਦਲਪਤ ਰਾਏ ਆ ਉਹਨੂੰ ਨਾਲ ਲੈ ਕੇ ਤੇ ਦਿੱਲੀ ਵੱਲ ਨੂੰ ਪਹੁੰਚ ਗਿਆ। ਨਾਲ ਇਹਨਾਂ ਨੇ ਫੌਜ ਦਿੱਲੀ ਲਾਹੌਰੋਂ ਲੈ ਲਈ। ਇਹ ਛੇਤੀ ਛੇਤੀ ਪਹੁੰਚਣਾ ਚਾਹੁੰਦਾ ਸੀ ਦਿੱਲੀ ਤੇ 26 ਜਨਵਰੀ ਨੂੰ ਇਹ ਲਾਹੌਰ ਤੋਂ ਤੁਰਿਆ। ਲਾਹੌਰ ਤੋਂ 26 ਜਨਵਰੀ ਨੂੰ ਤੁਰਿਆ, 6 ਨੂੰ ਇਹ ਪਹੁੰਚਦਾ ਫਰਵਰੀ ਦੇ ਵਿੱਚ, 5 ਫਰਵਰੀ ਨੂੰ ਸਰਹੰਦ ਪਹੁੰਚਦਾ, 6 ਨੂੰ ਰਾਜਪੁਰਾ, 7 ਨੂੰ ਅੰਬਾਲਾ ਤੇ ਫਿਰ ਹੌਲੀ ਹੌਲੀ ਵਾਧਾ ਹੋਇਆ ਸ਼ਾਹਬਾਦ ਪਹੁੰਚ ਜਾਂਦਾ। ਹੁਣ ਇੱਧਰ ਦਿੱਲੀ ਦੀ ਕੀ ਤਿਆਰੀ ਹੈ, ਨਾਦਰ ਸ਼ਾਹ ਹਮਲਾ ਕਰਨ ਵਾਲਾ ਦਿੱਲੀ ਦੇ ਉੱਤੇ। ਤੇ ਜਦੋਂ ਪਤਾ ਲੱਗਾ ਹੈ ਕਿ ਕਾਬਲ ਤੇ ਕਬਜ਼ਾ ਕਰ ਲਿਆ ਨਾਦਰ ਸ਼ਾਹ ਨੇ ਤੇ ਮੁਹੰਮਦ ਸ਼ਾਹ ਰੰਗੀਲਾ ਜਿਹੜਾ ਹੈ ਉਹਨੇ ਆਪਣੇ ਜਰਨੈਲਾਂ ਨੂੰ ਨਾਦਰ ਸ਼ਾਹ ਦਾ ਟਾਕਰਾ ਕਰਨ ਦਾ ਹੁਕਮ ਦਿੱਤਾ। ਤੇ ਅੱਗੇ ਜਰਨੈਲ ਜਿਹੜੇ ਸੀ ਉਹਨਾਂ ਨੇ ਮਸਾਂ ਸ਼ਹਿਰ ਤੋਂ ਨਿਕਲਣ ਨੂੰ ਹੀ ਪੂਰਾ 1 ਮਹੀਨਾ ਲਾਤਾ। 1 ਮਹੀਨਾ ਸ਼ਹਿਰ ਚੋਂ ਹੀ ਆਪਣੇ ਚੋਂ ਨਿਕਲੇ, ਦਿੱਲੀ ਚੋਂ ਹੀ, ਤੇ 2 ਮਹੀਨੇ ਦੇ ਵਿੱਚ ਮਸਾਂ ਹੀ ਕਰਨਾਲ ਤੱਕ ਪਹੁੰਚੇ ਆ। ਭਾਵ ਦਿੱਲੀ ਤੋਂ 75 ਕਿਲੋ ਮੀਲ ਅਪੜੇ ਸਾਰਾ। ਇੱਥੋਂ ਅੱਗੇ ਵਧਣਾ ਉਹਨਾਂ ਚੰਗਾ ਨਹੀਂ ਸਮਝਿਆ, ਇੱਥੇ ਹੀ ਆਪਣੇ ਮੋਰਚੇ ਲਾ ਲਏ। ਤੇ ਉਹਨਾਂ ਦੇ ਕੋਲ ਨਾਦਰ ਸ਼ਾਹ ਨਾਲੋਂ ਫੌਜ ਵੀ ਵਧੇਰੇ ਸੀ, ਦਿੱਲੀ ਦੇ ਕੋਲੋਂ ਤੋਪਖਾਨਾ ਵੀ ਕਾਫੀ ਸੀ, ਸ਼ਸਤਰ ਆਦਿ ਹੋਰ ਵੀ ਬੜਾ ਕੁਝ ਸੀ। ਪਰ ਨਾਦਰ ਸ਼ਾਹ ਦੇ ਜਿਹੜੇ ਸਿਪਾਹੀ ਸੀ ਉਹਨਾਂ ਦੇ ਦਿਲਾਂ ਦੇ ਹੌਸਲੇ ਬਹੁਤ ਸਨ, ਇਸ ਕਰਕੇ ਉਹਨਾਂ ਨੂੰ ਹਊਆ ਲੱਗਦੇ ਸਨ। ਭਾਵੇਂ ਗਿਣਤੀ ਘੱਟ ਸੀ ਨਾਦਰ ਸ਼ਾਹ ਦੇ ਸਿਪਾਹੀਆਂ ਦੀ, ਪਰ ਫਿਰ ਵੀ ਇਹਨਾਂ ਨੂੰ ਹਊਆ ਲੱਗਦੇ ਸੀ, ਡਰ ਲੱਗਦਾ ਸੀ ਉਹਨਾਂ ਤੋਂ। ਤੇ ਫਿਰ ਸਾਧ ਸੰਗਤ 13 ਫਰਵਰੀ ਮੰਗਲਵਾਰ ਨੂੰ ਕਰਨਾਲ ਦੀ ਇੱਕ ਮਾਰੂ ਲੜਾਈ ਹੋਈ। 3 ਘੰਟੇ ਜਿਹੜੀ ਸੀ ਇਹ ਲੜਾਈ ਚੱਲੀ ਆ। ਇਹਨਾਂ 3 ਘੰਟਿਆਂ ਦੇ ਵਿੱਚ 20,000 ਫੌਜ ਜਿਹੜੀ ਦਿੱਲੀ ਦੀ ਉਹ ਵੱਢ ਦਿੱਤੀ ਨਾਦਰ ਸ਼ਾਹ ਨੇ। ਈਰਾਨ ਦੇ ਬਾਦਸ਼ਾਹ ਨਾਦਰ ਸ਼ਾਹ ਨੇ 20,000 ਦੇ ਕਰੀਬ ਸਿਪਾਹੀ ਜਿਹੜੇ ਆ ਦਿੱਲੀ ਦੇ ਮਾਰ ਦਿੱਤੇ। ਬਾਕੀ ਜਿਹੜੇ ਜਿਉਂਦੇ ਸਨ ਉਹ ਆਪਣਾ ਹੌਸਲਾ ਹਾਰ ਕੇ ਇੱਥੋਂ ਭੱਜ ਗਏ। ਤੇ ਜਿਹੜੇ ਜਰਨੈਲਾਂ ਨੇ ਹਥਿਆਰ ਸੁੱਟੇ ਤੇ ਜੇਤੂ ਨਾਦਰ ਸ਼ਾਹ ਨੇ 9 ਮਾਰਚ ਨੂੰ ਦਿੱਲੀ ਦੇ ਵਿੱਚ ਦਾਖਲਾ ਲਿਆ। 9 ਮਾਰਚ ਨੂੰ ਦਿੱਲੀ ਜਾਂਦਾ ਹੈ। ਇੱਥੇ ਉਹ ਸ਼ਾਹੀ ਮਹਿਲ ਦੇ ਵਿੱਚ 58 ਦਿਨ ਰਹਿੰਦਾ ਹੈ। ਤੇ ਅਗਲੇ ਦਿਨ 11 ਮਾਰਚ ਨੂੰ ਕਹਿੰਦੇ ਕਿ ਇੱਥੇ 9 ਮਾਰਚ ਨੂੰ ਜਾਂਦਾ, 11 ਮਾਰਚ ਨੂੰ ਖਬਰ ਫੈਲਦੀ ਆ ਸ਼ਹਿਰ ਦੇ ਵਿੱਚ ਕਿ ਨਾਦਰ ਸ਼ਾਹ ਨੂੰ ਮੁਹੰਮਦ ਸ਼ਾਹ ਨੇ ਕਤਲ ਕਰ ਦਿੱਤਾ। ਫਿਰ ਕੀ ਹੋਇਆ ਕਿ ਲੋਕ ਨਾਦਰ ਸ਼ਾਹ ਦੀ ਫੌਜ ਨੂੰ ਨਾ ਖਸਮੀ ਸਮਝ ਕੇ ਕਿ ਇਹਨਾਂ ਦਾ ਮਾਲਕ ਕੋਈ ਨਹੀਂ ਹੈਗਾ, ਉਹਨਾਂ ਦੇ ਤੇ ਟੁੱਟ ਕੇ ਪੈ ਗਏ। ਤੇ ਸੈਂਕੜੇ ਦੇ ਗਿਣਤੀ ਦੇ ਵਿੱਚ ਈਰਾਨੀ ਜਿਹੜੇ ਸਨ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਨਾਦਰ ਸ਼ਾਹ ਦੀ ਫੌਜ ਨੂੰ ਮਾਰ ਦਿੱਤਾ ਸ਼ਹਿਰ ਵਾਸੀਆਂ ਨੇ। ਇਹ ਖਬਰ ਜਦੋਂ ਨਾਦਰ ਸ਼ਾਹ ਨੂੰ ਸੁਣੀ ਆ ਵੀ ਮੇਰੇ ਸੈਂਕੜੇ ਸਿਪਾਹੀ ਮਾਰ ਦਿੱਤੇ ਆ, ਫਿਰ ਉਹਨੇ ਹੁਕਮ ਦੇ ਦਿੱਤਾ ਆਪਣੀ ਫੌਜ ਨੂੰ ਕਿ ਸਾਰੀ ਦਿੱਲੀ ਦੇ ਵਿੱਚ ਕਤਲੇਆਮ ਕੀਤਾ ਜਾਵੇ, ਹਰ ਬੰਦੇ ਨੂੰ ਲੁੱਟਿਆ ਜਾਵੇ ਜਿਹੜਾ ਵੀ ਅੱਗੇ ਦਿਖਦਾ। ਤੇ ਉਸ ਸਮੇਂ ਫਿਰ 9 ਘੰਟੇ ਲਗਾਤਾਰ ਹਜ਼ਾਰਾਂ ਬੰਦੇ ਜਿਹੜੇ ਦਿੱਲੀ ਦੇ ਵਿੱਚ ਕਤਲ ਕਰ ਦਿੱਤੇ ਗਏ। ਹਰ ਗਰੀਬ, ਹਰ ਅਮੀਰ ਦੇ ਕੋਲੋਂ ਜੋ ਹੱਥ ਲੱਗਾ ਉਹਨੂੰ ਲੁੱਟਿਆ ਗਿਆ। ਈਰਾਨੀ ਸਿਪਾਹੀਆਂ ਨੇ ਹਜ਼ਾਰਾਂ
ਜਿਹੜੀ ਹਿੰਦੂ ਦੇਵੀ ਦੇਵਤੇ ਸਨ ਉਹਨਾਂ ਦੀਆਂ ਮੂਰਤੀਆਂ ਤੋਂ ਹਾਰ ਲਾ ਲਏ। ਫਿਰ ਇਸ ਤੋਂ ਇਲਾਵਾ ਹੋਰ ਜਿਹੜੀਆਂ ਲੜਕੀਆਂ ਸਨ ਉਹਨਾਂ ਦੀ ਪੱਤ ਲੁੱਟੀ ਗਈ, ਨੌਜਵਾਨਾਂ ਨੂੰ ਕਤਲ ਕੀਤਾ ਗਿਆ। ਇਸ ਪ੍ਰਕਾਰ ਬੜੀ ਜਿਹੜੀ ਕਤਲੋ ਗਾਰਤ ਦਿੱਲੀ ਦੇ ਵਿੱਚ ਇਹਨਾਂ ਨੇ ਕੀਤੀ। ਇੱਥੋਂ ਤੱਕ ਕਿ ਕਰਨਾਲ ਦੀ ਲੜਾਈ ਦੇ ਵਿੱਚ ਇੱਕ ਮੁਜ਼ੱਫਰ ਖਾਨ ਦਾ ਜਿਹੜਾ ਸੂਬੇਦਾਰ ਸੀ ਉਹ ਮਾਰਿਆ ਗਿਆ। ਉਹਦੀ ਔਰਤ ਤੇ ਉਹਦੀਆਂ ਲੜਕੀਆਂ ਜਿਹੜੀਆਂ ਸੀ ਉਹਨਾਂ ਦੀ ਪੱਤ ਨਾਦਰ ਸ਼ਾਹ ਦੇ ਵੱਲੋਂ ਲੁੱਟੀ ਗਈ। ਨਾਦਰ ਸ਼ਾਹ ਨੇ ਆਪਣੇ ਪੁੱਤਰ ਨਰਾਸੁੱਲਾ ਮਿਰਜ਼ਾ ਦਾ ਵਿਆਹ, ਜਿਹੜਾ ਨਾਦਰ ਸ਼ਾਹ ਦਾ ਪੁੱਤਰ ਸੀ, ਉਹਨੇ ਆਪਣੇ ਮੁੰਡੇ ਦਾ ਵਿਆਹ, ਆਪਣੇ ਲੜਕੇ ਦਾ ਵਿਆਹ 26 ਮਾਰਚ ਨੂੰ ਮੁਹੰਮਦ ਸ਼ਾਹ ਦੀ ਲੜਕੀ ਜਿਹੜੀ ਹੈ ਉਹਦੇ ਨਾਲ ਕਰ ਦਿੱਤਾ ਗਿਆ। ਇਹ ਅਸਲ ਦੇ ਵਿੱਚ ਵਿਆਹ ਨਹੀਂ ਸੀ, ਇਹ ਅਸਲ ਦੇ ਵਿੱਚ ਲੁੱਟ ਦਾ ਮਾਰ ਸੀ। ਨਾਦਰ ਸ਼ਾਹ ਨੇ ਆਪਣੇ ਲੜਕੇ ਦਾ ਵਿਆਹ ਜਿਹੜਾ ਹੈ ਉਹਦੇ ਨਾਲ ਕਰ ਦਿੱਤਾ। ਫਿਰ ਉਸ ਤੋਂ ਬਾਅਦ ਇੱਥੋਂ ਵਾਪਸੀ ਜਿਹੜੀ ਹੈ ਇਹਨੇ ਕੀਤੀ ਹੈ ਨਾਦਰ ਸ਼ਾਹ ਨੇ, ਤੇ ਦਿੱਲੀ ਦੇ ਉਹਦੇ ਆਲੇ ਦੁਆਲੇ ਦੇ ਜਿਹੜੇ ਇਲਾਕੇ ਸਨ 50,000 ਦੇ ਕਰੀਬ ਜਿਹੜਾ ਇਲਾਕਾ ਸੀ, ਉੱਥੋਂ 50,000 ਦੇ ਕਰੀਬ ਲੜਕੇ ਲੜਕੀਆਂ ਨੂੰ ਇਹਨੇ ਗੁਲਾਮ ਬਣਾ ਲਿਆ, ਕੈਦ ਕਰ ਲਿਆ, ਨੌਜਵਾਨ ਲੜਕਿਆਂ ਨੂੰ ਤੇ ਲੜਕੀਆਂ। ਤੇ ਫਿਰ ਉਸ ਤੋਂ ਬਾਅਦ ਦਿੱਲੀ ਦੇ ਅਧੀਨ ਸੀ ਅਫਗਾਨਿਸਤਾਨ ਦਾ ਸੂਬਾ। ਹੁਣ ਦਿੱਲੀ ਦੇ ਬਾਦਸ਼ਾਹ ਨੇ ਅਫਗਾਨਿਸਤਾਨ, ਪਿਸ਼ਾਵਰ ਤੇ ਦਰਿਆ ਅਟਕ ਤੋਂ ਲਹਿੰਦੇ ਪਾਸੇ ਵਾਲਾ ਜਿਹੜਾ ਇਲਾਕਾ ਸੀ, ਭਾਵ ਹੁਣ ਪਾਕਿਸਤਾਨ ਦੇ ਵਿੱਚ ਸਾਰੇ ਇਲਾਕੇ, ਇਹ ਜਿਹੜੇ ਸਾਰੇ ਇਲਾਕੇ ਸਨ ਇਹ ਨਾਦਰ ਸ਼ਾਹ ਦੇ ਹਵਾਲੇ ਕਰ ਦਿੱਤੇ ਕਿ ਤੂੰ ਇੱਥੋਂ ਦਾ ਬਾਦਸ਼ਾਹ ਹੋਵੇਂਗਾ, ਸਾਡਾ ਉੱਧਰ ਦਾ ਕੋਈ ਲੈਣ ਦੇਣ ਨਹੀਂ। ਇੱਥੇ ਹੀ ਕਹਿੰਦੇ ਬਸ ਨਹੀਂ, ਅਟਕ ਤੋਂ ਚੜ੍ਹਦੇ ਵਾਲੇ ਪਾਸਾ ਜਿਹੜਾ ਸੀ, ਅਟਕ ਦਰਿਆ ਤੋਂ ਉਰਲਾ ਪਾਸਾ, ਬਹੁਤ ਸਾਰਾ ਇਲਾਕਾ ਜਿਹਦੇ ਵਿੱਚ 4 ਪ੍ਰਸਿੱਧ ਇਲਾਕੇ ਸਨ। ਇੱਕ ਗੁਜਰਾਤ, ਇਹ ਗੁਜਰਾਤ ਪਾਕਿਸਤਾਨ ਦੇ ਵਿੱਚ ਹੈ। ਗੁਜਰਾਤ, ਸਿਆਲਕੋਟ, ਔਰੰਗਾਬਾਦ ਤੇ ਪਸਰੂਰ, ਇਹ 4 ਇਲਾਕੇ ਜਿਹੜੇ ਇਹ ਵੀ ਨਾਦਰ ਸ਼ਾਹ ਦੇ ਕਬਜ਼ੇ ਦੇ ਵਿੱਚ ਆ ਗਏ। ਕਹਿਣ ਤੋਂ ਭਾਵ ਕਿ ਅੱਧਾ ਪੰਜਾਬ ਜਿਹੜਾ ਹੈ ਮੁਹੰਮਦ ਸ਼ਾਹ ਰੰਗੀਲਾ ਨੇ ਨਾਦਰ ਸ਼ਾਹ ਦੇ ਅਧੀਨ ਕਰ ਦਿੱਤਾ ਹੈ ਕਿ ਤੂੰ ਇੱਥੋਂ ਦਾ ਮਾਲਕ ਹੋਵੇਂਗਾ। ਤੇ ਦਿੱਲੀ ਦੇ ਵਿੱਚੋਂ ਨਾਦਰ ਸ਼ਾਹ ਨੇ ਮਾਲ ਕਿੰਨਾ ਕੁ ਲੁੱਟਿਆ, ਕਹਿੰਦੇ ਇਹਦਾ ਅੰਦਾਜ਼ਾ ਜਿਹੜਾ ਵੱਖੋ ਵੱਖਰਾ ਲਾਇਆ ਸਾਰਿਆਂ ਨੇ ਕਿ ਤਖਤੇ ਤਾਊਸ, ਕੋਹੀਨੂਰ ਹੀਰਾ, ਤਖਤੇ ਤਾਊਸ ਸ਼ਾਹਜਹਾਂ ਨੇ ਬਣਾਇਆ ਸੀ, ਤੇ ਇੱਕ ਕੋਹੀਨੂਰ ਹੀਰਾ ਜਿਹੜਾ ਬੜਾ ਪ੍ਰਸਿੱਧ ਸੀ, ਤੇ ਇਹਦੇ ਨਾਲ ਹੀ ਕਰੋੜਾਂ ਰੁਪਈਆਂ ਦਾ ਮਾਲ ਧਨ ਜਿਹੜਾ ਸੀ, ਕਰੋੜਾਂ ਰੁਪਈਆਂ ਦਾ ਮਾਲ ਧਨ ਜਿਹੜਾ ਸੀ ਉਹ ਨਗਦ ਲੁੱਟ ਕੇ ਨਾਦਰ ਸ਼ਾਹ ਜਿਹੜਾ ਸੀ ਇੱਥੋਂ ਲੈ ਗਿਆ। ਇਹਦੇ ਹਮਲੇ ਦੇ ਨਾਲ ਮੁਗਲ ਰਾਜ ਦੀਆਂ ਜੜ੍ਹਾਂ ਜਿਹੜੀਆਂ ਖੋਖਲੀਆਂ ਹੋਈਆਂ ਸੀ। ਕਿਉਂਕਿ ਧਨ ਪਦਾਰਥ ਜਿਹੜਾ ਉਹ ਸਾਰਾ ਖੋਇਆ ਗਿਆ, ਵੱਡੇ ਵੱਡੇ ਹੀਰੇ, ਬਹੁਤ ਹੋਰ ਬੜਾ ਕੁਝ ਲੁੱਟਿਆ। ਪ੍ਰਸਿੱਧ ਹੀਰੇ ਜਿਹੜੇ ਉਸ ਸਮੇਂ ਦੇ ਸਨ ਇਹ ਕੋਹੀਨੂਰ ਵਰਗੇ, ਉਹ ਲੁੱਟ ਕੇ ਨਾਦਰ ਸ਼ਾਹ ਆਪਣੇ ਨਾਲ ਲੈ ਗਿਆ। ਤੇ ਇਸ ਤੋਂ ਇਲਾਵਾ ਲਾਹੌਰ ਦਾ ਸੂਬਾ ਵੀ ਜਿਹੜਾ ਸੀ ਉਹ ਇਹਦੇ ਇੱਥੋਂ ਦਿੱਲੀ ਦੇ ਅਧੀਨ ਜਿਹੜਾ ਸੀ ਉਹ ਹੁਣ ਨਾਦਰ ਸ਼ਾਹ ਦੇ ਅਧੀਨ ਹੋ ਗਿਆ, ਲਾਹੌਰ ਦਾ ਸੂਬਾ ਵੀ। ਇਹਦੇ ਨਾਲ ਹੀ ਨਾਦਰ 5 ਮਈ 1739 ਈਸਵੀ ਨੂੰ ਦਿੱਲੀ ਤੋਂ ਵਿਦਾ ਹੋਇਆ, ਭਾਵ ਇੱਥੋਂ ਵਾਪਸ ਆਇਆ, ਤੇ ਇਹਨੇ ਆਣ ਕੇ ਲਾਹੌਰ ਡੇਰਾ ਲਾਇਆ। ਇਹਦਾ ਆਉਣਾ ਸੁਣ ਕੇ ਸਾਰਾ ਪੰਜਾਬ ਖਾਲੀ ਹੋ ਗਿਆ ਸੀ। ਲੋਕ ਜੋ ਵੀ ਕੁਝ ਚੁੱਕ ਸਕੇ ਚੁੱਕ ਕੇ ਪਹਾੜਾਂ ਵੱਲੋਂ ਚਲੇ ਗਏ। ਉਹਨਾਂ ਨੂੰ ਪਤਾ ਲੱਗ ਗਿਆ ਨਾਦਰ ਸ਼ਾਹ ਆ ਰਿਹਾ। ਹੁਣ ਪਹਾੜਾਂ ਦੇ ਵਿੱਚ ਸਿੱਖ ਲੁਕੇ ਬੈਠੇ ਸਨ। ਉਹਨਾਂ ਨੇ ਉਹਨਾਂ ਲੋਕਾਂ ਨੂੰ ਖੂਬ ਲੁੱਟਿਆ ਜਿਹੜੇ ਲੋਕ ਸਿੱਖਾਂ ਦੇ ਉੱਤੇ ਵਧੀਕੀਆਂ ਕਰਦੇ ਸੀ, ਤੇ ਉਹਨਾਂ ਪੰਥ ਵਿਰੋਧੀਆਂ ਨੇ ਚੁਣ ਚੁਣ ਕੇ ਲੁੱਟਿਆ ਗਿਆ। ਸਿੱਖਾਂ ਨੇ ਲੁੱਟ ਮਾਰ ਕੀਤੀ ਪੰਜਾਬ ਦੇ ਲੋਕਾਂ ਨਾਲ। ਮੁੱਕਦੀ ਗੱਲ, ਜਾਣ ਵਾਲਿਆਂ ਵਿੱਚੋਂ ਕੁਝ ਸਿੰਘ ਜਿਹੜੇ ਉਹ ਲੁੱਟੇ ਗਏ, ਕੁਝ ਸਿੰਘਾਂ ਹੱਥੋਂ ਲੁੱਟੇ ਗਏ ਕੁਝ, ਤੇ ਕੁਝ ਆਪ ਸਿੰਘ ਸੱਜ ਕੇ ਖਾਲਸਾ ਪੰਥ ਦਾ ਹਿੱਸਾ ਬਣ ਗਏ। ਜਦ ਨਾਦਰ ਦਿੱਲੀ ਬੈਠਾ ਸੀ, ਨਾਦਰ ਸ਼ਾਹ, ਸਿੰਘਾਂ ਨੇ ਪੰਜਾਬ ਦੇ ਮੈਦਾਨਾਂ 'ਚ ਆ ਕੇ ਦਰਸ਼ਨ ਦਿੱਤੇ। ਹੁਣ ਨਾਦਰ ਸ਼ਾਹ ਦਿੱਲੀ ਬੈਠਾ ਹੈ, ਪੰਜਾਬ ਦੇ ਕੀ ਹਾਲਾਤ ਹਨ ਉਹ ਆਪ ਜੀ ਸੁਣੋ। ਨਾਦਰ ਸ਼ਾਹ ਦਿੱਲੀ ਲੁੱਟਮਾਰ ਕਰਦਾ ਪਿਆ, ਇੱਧਰ ਪੰਜਾਬ ਦੇ ਹਾਲਾਤ ਕੀ ਹੈ ਕਿ ਸਿੰਘ ਜਿਹੜੇ ਆ ਉਹ ਹੁਣ ਮੈਦਾਨਾਂ ਦੇ ਵਿੱਚ ਆ ਗਏ, ਭਾਵ ਪਹਾੜਾਂ ਕੰਦਰਾਂ ਨੂੰ ਛੱਡ ਕੇ, ਜੰਗਲਾਂ ਆਦਿ ਨੂੰ ਛੱਡ ਕੇ ਤੇ ਲੁੱਟ ਮਾਰ ਕਰਨ ਲੱਗ ਪਏ ਆ। ਝਨਾ ਤੋਂ ਲੈ ਕੇ ਕਰਨਾਲ ਤੱਕ ਦਾ ਸਾਰਾ ਇਲਾਕਾ ਸਿੱਖਾਂ ਨੇ ਖੂਬ ਲੁੱਟਿਆ। ਸਿੱਖ ਸਰਦਾਰਾਂ ਦੀ ਜਿਹੜੀ ਮਾਇਕੀ ਤੰਗੀ ਸੀ, ਧਨ ਦੌਲਤ ਦੀ ਤੰਗੀ ਸੀ, ਉਹ ਇਸ ਲੁੱਟ ਨੇ ਪੂਰੀ ਕਰ ਦਿੱਤੀ ਆ। ਨਾਦਰ ਸ਼ਾਹ ਮੁੜਿਆ ਤਾਂ ਸਿੰਘਾਂ ਨੇ ਗੁਰਮਤਾ ਕੀਤਾ ਕਿ ਇਹਨੂੰ ਦਿੱਲੀ
ਦੀ ਲੁੱਟ ਦੇ ਵਿੱਚੋਂ ਸਾਨੂੰ ਵੀ ਹਿੱਸਾ ਜਿਹੜਾ ਮਿਲਣਾ ਚਾਹੀਦਾ। ਜਿਹੜਾ ਦਿੱਲੀ ਨੂੰ ਲੁੱਟ ਕੇ ਲੈ ਕੇ ਆ ਰਹੇ ਹਨ, ਇਹਦੇ ਵਿੱਚ ਸਾਨੂੰ ਵੀ ਹਿੱਸਾ ਮਿਲਣਾ ਚਾਹੀਦਾ ਹੈ, ਸਾਨੂੰ ਵੀ ਹਿੱਸਾ ਵੰਡਾਉਣਾ ਚਾਹੀਦਾ ਹੈ। ਜਿਸ ਨਾਦਰ ਸ਼ਾਹ ਦੇ ਨਾਂ ਤੋਂ ਦਿੱਲੀ ਤੇ ਲਾਹੌਰ ਕਹਿੰਦੀ ਸਰਕਾਰ ਥਰ ਥਰ ਕੰਬਦੀ ਸੀ, ਉਸ ਨਾਦਰ ਸ਼ਾਹ ਦੀ ਫੌਜ ਨੂੰ ਸਿੰਘਾਂ ਨੇ ਦਿਲ ਖੋਲ ਕੇ ਲੁੱਟਿਆ। ਜਿਹੜੀ ਫੌਜ ਨਾਦਰ ਸ਼ਾਹ ਦੀ ਫੌਜ ਤੋਂ ਜਿਹੜੇ ਸਰਕਾਰਾਂ ਡਰਦੀਆਂ ਸੀ, ਲਾਹੌਰ ਵੀ ਡਰਦਾ ਸੀ, ਦਿੱਲੀ ਵੀ ਡਰਦਾ ਸੀ, ਉਸ ਨਾਦਰ ਸ਼ਾਹ ਦੀ ਫੌਜ ਨੂੰ ਕਹਿੰਦੇ ਆ ਕਿ ਸਿੰਘਾਂ ਨੇ ਫਿਰ ਖੂਬ ਲੁੱਟਿਆ। ਜਦੋਂ ਵੀ ਇੱਧਰੋਂ ਗੱਡੇ ਭਰ ਕੇ ਜਾਂਦੇ ਤੇ ਸਿੰਘ ਇਹਨਾਂ ਨੂੰ ਰਾਵੀ ਦਰਿਆ ਜਿਹੜਾ ਸੀ ਉਹ ਨਹੀਂ ਸੀ ਪਾਰ ਕਰਨ ਦਿੰਦੇ, ਲੁੱਟ ਮਾਰ ਕਰ ਲੈਂਦੇ ਸੀ। ਮੁੱਖ ਦੀ ਗੱਲ ਕਹਿੰਦੇ ਇਸ ਹਮਲੇ ਨੇ ਪੰਥ ਨੂੰ ਵਧਣ ਫੁੱਲਣ ਦੇ ਵਿੱਚ ਬੜੀ ਵੱਡੀ ਮਦਦ ਕੀਤੀ। ਖਾਲਸੇ ਪੰਥ ਦੇ ਵਿੱਚ ਬਹੁਤ ਗਿਣਤੀ ਵੱਧ ਗਈ, ਮਾਇਕੀ ਹਾਲਤ ਵੀ ਚੰਗੇ ਹੋ ਗਏ, ਖਾਲਸੇ ਦੇ ਧਨ ਪਦਾਰਥ ਵੀ ਕਾਫੀ ਮਿਲ ਗਿਆ। ਤੇ ਸਿੱਖਾਂ ਜਿਹੜਾ ਨਾਦਰ ਸ਼ਾਹ ਦੀ ਉਹਦਾ ਸਿੱਖਾਂ ਦੇ ਉੱਤੇ ਬੜਾ ਕਰੋਧ ਸੀ। ਜਦੋਂ ਵਾਪਸ ਚੱਲਿਆ ਨਾ, ਇਹ ਲਹੂ ਲਾਖਾ ਹੋਇਆ। ਨਾਦਰ ਸ਼ਾਹ ਜਿਹੜਾ ਹੈ ਇਹ ਮਿਲਦਾ ਹੈ ਆ ਕੇ। ਹੁਣ ਸਿੱਖ ਬੜੇ ਖੁਸ਼ ਆ ਕਿ ਨਾਦਰ ਸ਼ਾਹ ਆਇਆ, ਕਿਉਂਕਿ ਨਾਦਰ ਸ਼ਾਹ ਦਾ ਆਉਣਾ ਸੁਣ ਕੇ ਸਿੱਖ ਜਿਹੜੇ ਸਨ ਉਹ ਬੜੇ ਖੁਸ਼ ਹੋਏ, ਕਿਉਂਕਿ ਸਿੱਖਾਂ ਦੇ ਉੱਤੇ ਉਸ ਸਮੇਂ ਬਹੁਤ ਸਖਤਾਈ ਸੀ। ਆਪ ਜੀ ਨੇ ਸਰਵਣ ਕੀਤਾ ਪਿਛਲੇ ਦਿਨਾਂ ਦੇ ਵਿੱਚ ਕਿ ਕਿਵੇਂ ਸਿੱਖਾਂ ਨੂੰ ਜਿਹੜਾ ਸੀ ਮਾਰਿਆ ਗਿਆ। ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਹੋ ਗਈ ਆ, ਹਕੀਕਤ ਰਾਏ ਜੀ ਦੀ ਸ਼ਹਾਦਤ ਹੋਈ, ਫਿਰ ਬਾਬਾ ਗਰਜਾ ਸਿੰਘ ਬੋਤਾ ਸਿੰਘ ਦੀ ਸ਼ਹਾਦਤ। ਇਸੇ ਪ੍ਰਕਾਰ ਜਿੰਨੇ ਵੀ ਸਿੱਖ ਸਨ ਉਹਨਾਂ ਦੇ ਸਿਰ ਜਿਹੜੇ ਸੀ ਉਹ ਵੱਢ ਦਿੱਤੇ ਜਾਂਦੇ। ਇਸੇ ਪ੍ਰਕਾਰ ਬੜਾ ਜਿਹੜਾ ਹੈ ਉਹ ਸਿੰਘ ਖੁਆਰ ਹੋਏ। ਤੇ ਰਤਨ ਸਿੰਘ ਭੰਗੂ ਇੱਥੋਂ ਤੱਕ ਲਿਖਦੇ ਆ, ਕਹਿੰਦੇ ਕਿ ਮੁਹੰਮਦ ਸਾਹਿਬ ਅਦਾਲਤ ਲੱਗੀ ਹੈ ਪਰਮੇਸ਼ਰ ਦੀ। ਬੜਾ ਸੋਹਣਾ ਉਹਨਾਂ ਲਿਖਿਆ ਕਿ ਪਰਮੇਸ਼ਰ ਦੀ ਅਦਾਲਤ ਲੱਗੀ ਆ ਤੇ ਉੱਥੇ ਮੁਹੰਮਦ ਸਾਹਿਬ ਨੂੰ ਸੱਦਿਆ ਗਿਆ, ਕਿ ਉਹਦੇ ਵਿੱਚ ਮੁਹੰਮਦ ਸਾਹਿਬ ਨੂੰ ਲਾਹਮਤਾਂ ਪਾਈਆਂ ਗਈਆਂ ਕਿ ਤੁਸੀਂ ਇੰਨਾ ਕਿਉਂ ਕਹਿਰ ਮਚਾ ਰਹੇ ਹੋ, ਤੁਹਾਡੇ ਜਿਹੜੇ ਆ ਮੁਸਲਮਾਨ ਇੰਨਾ ਕਹਿਰ ਕਿਉਂ ਮਚਾਉਂਦੇ ਪਏ ਆ, ਹੁਣ ਤੁਹਾਡੇ ਆਪਸ ਦੇ ਵਿੱਚ ਲੜ ਕੇ ਮਰਨਗੇ। ਇਸ ਪ੍ਰਕਾਰ ਪਰਮੇਸ਼ਰ ਨੇ ਸ਼ਰਾਪ ਦੇ ਦਿੱਤਾ, ਕਹਿੰਦੇ ਮੁਹੰਮਦ ਸਾਹਿਬ। ਇੱਕ ਰਤਨ ਸਿੰਘ ਭੰਗੂ ਲਿਖਦੇ ਆ। ਫਿਰ ਕਹਿੰਦੇ ਆ ਕਿ ਸਿੱਖ ਜਿਹੜੇ ਸਨ ਉਹ ਰਸਤੇ ਦੇ ਵਿੱਚ ਹੀ ਇਹਨਾਂ ਨੂੰ ਲੁੱਟ ਲੈਂਦੇ ਸਨ। ਜਿਹੜਾ ਵੀ ਨਾਦਰ ਸ਼ਾਹ ਜੋ ਵੀ ਕੁਛ ਲੈ ਕੇ ਆਉਂਦਾ ਤੇ ਉਹਨੂੰ ਰਸਤੇ ਦੇ ਵਿੱਚ ਕਿਵੇਂ ਲੁੱਟ ਲਿਆ ਜਾਂਦਾ। ਰਤਨ ਸਿੰਘ ਭੰਗੂ ਲਿਖਦੇ ਆ, ਜੋ ਦਿੱਲੀਓਂ ਵੱਧ ਤੁਰਿਆ ਕੰਧਾਰ, ਜਿਹੜੇ ਦਿੱਲੀਓਂ ਵੱਧ ਕੇ ਕੰਧਾਰ ਵੱਲ ਨੂੰ ਚੱਲਦੇ ਸਨ, ਮਿਲ ਸਿੰਘਣ ਤਿਸ ਲੇਵੈ ਮਾਰ, ਉਹਨਾਂ ਨੂੰ ਮਿਲ ਕੇ ਸਿੰਘ ਜਿਹੜੇ ਸੀ ਉਹਨਾਂ ਨੂੰ ਮਾਰ ਲੈਂਦੇ ਸੀ। ਗੁਜਰ ਖਾਲਸੇ ਆਛੀ ਕਰੀ, ਜਿਤਨੀ ਕਰੀ ਸੋ ਆਛੀ ਸਰੀ, ਗੁਜ਼ਾਰਾ ਵਧੀਆ ਹੋਣ ਲੱਗ ਪਿਆ ਖਾਲਸੇ ਦਾ। ਨਗਦੀ ਘੋੜਾ ਆਛੋ ਮਾਲ, ਲੂਟ ਲੈ ਸਿੰਘ ਗੁਰੂ ਕੇ ਲਾਲ, ਗੁਰੂ ਕੇ ਲਾਲ ਜਿਹੜੇ ਸਨ ਸਿੰਘ ਉਹ ਨਗਦੀ ਘੋੜਾ ਆਦਿਕ ਧਨ ਮਾਲ ਲੁੱਟ ਲੈਂਦੇ ਸਨ। ਸਿੰਘ ਕਹੇ ਹਮ ਖਾਤਰ ਆਇਓ, ਤੁਰਕਨ ਸੋ ਲੜ ਤੁਰਕ ਕਪਾਇਓ, ਕਹਿੰਦੇ ਤੇ ਸਾਡੇ ਵਾਸਤੇ ਆਇਆ, ਇਹ ਤੇ ਹੁਣ ਤੁਰਕਾਂ ਦੇ ਨਾਲ ਲੜ ਕੇ ਖਪੀ ਜਾ ਰਹੇ, ਮਾਰੇ ਜਾ ਰਹੇ। ਹੋਸ਼ ਹੋਣ ਨਾਸ਼ ਦੋਏ ਧਿਰ ਕੋ ਆਇਓ, ਹੁਣ ਖਾਲਸੇ ਵਾਧੋ ਬਣਾਇਓ, ਕਹਿੰਦੇ ਪਰਮੇਸ਼ਰ ਨੇ, ਗੁਰੂ ਸਾਹਿਬ ਨੇ ਆਪ ਭੇਜਿਆ ਹੈ, ਇਹ ਤੇ ਹੁਣ ਆਪਣੇ ਆਪ ਦੇ ਵਿੱਚ ਲੜ ਕੇ ਨਾਸ਼ ਹੋ ਜਾਣਗੇ, ਇਹਦੇ ਨਾਲ ਖਾਲਸਾ ਪੰਥ ਜਿਹੜਾ ਹੋਰ ਵਧੂਗਾ। ਜਿਮ ਕੰਟਨ ਤੇ ਕੰਟੇ ਨਿਕਾਰੈ, ਸੋ ਕੰਟਾ ਫਿਰ ਦੀਜਤ ਡਾਰੈ, ਕਹਿੰਦੇ ਜਿਵੇਂ ਕੰਡੇ ਦੇ ਨਾਲ ਕੰਡਾ ਕੱਢੀਦਾ ਹੈ ਨਾ, ਕੰਡਾ ਲੈ ਕੇ ਪੈਰ ਦੇ ਵਿੱਚ ਕੰਡਾ ਵੱਜ ਗਿਆ ਹੋਵੇ, ਇਹਨੂੰ ਕੰਡੇ ਦੇ ਨਾਲ ਕੱਢਿਆ ਜਾਂਦਾ ਤੇ ਕੱਢ ਕੇ ਬਾਹਰ ਸੁੱਟ ਕੇ ਦੂਸਰਾ ਕੰਡਾ ਵੀ ਨਾਲ ਸੁੱਟ ਦਿੰਦਾ। ਕਹਿੰਦੇ ਇਸ ਪ੍ਰਕਾਰ ਹੁਣ ਇਹ ਕੰਡੇ ਨਾਲ ਕੰਡਾ ਨਿਕਲਦਾ ਪਿਆ, ਭਾਵ ਹੁਣ ਮੁਸਲਮਾਨ ਆਪਸ ਚ ਲੜਨਗੇ। ਇੱਕ ਪਾਸੇ ਨਾਦਰ ਸ਼ਾਹ ਤੇ ਇੱਕ ਪਾਸੇ ਮੁਗਲ ਜਿਹੜੇ ਹਨ, ਕਹਿੰਦੇ ਆਪਸ ਦੇ ਵਿੱਚ ਹੀ ਲੜ ਕੇ ਮਰਨਗੇ ਤੇ ਇਹਦੇ ਨਾਲ ਸਾਡਾ ਫਾਇਦਾ ਹੋਏਗਾ। ਸਿੰਘ ਕਹਿੰਦੇ ਸਨ, ਅਬ ਸਮੋਸੋ ਆਇਆ ਤੋ ਸਤਿਗੁਰ ਸੋ ਬਚਨ ਅਲਾਇਆ, ਕਹਿੰਦੇ ਉਹ ਸਮਾਂ ਆ ਗਿਆ ਜਿਹੜਾ ਸਤਿਗੁਰਾਂ ਨੇ ਬਚਨ ਅਲਾਇਆ ਸੀ, ਜਿਹੜਾ ਬਚਨ ਕਿਹਾ ਸੀ। ਕਿਹੜਾ ਬਚਨ ਸੀ? ਕਾਬਲ ਤੇ ਇੱਕ ਕੁੱਤਾ ਮੰਗਾਊ, ਇਨਕਾ ਉਨ ਤੇ ਨਾਸ਼ ਕਰਾਊ, ਕਿ ਮਹਾਰਾਜ ਨੇ ਕਿਹਾ ਸੀ ਕਿ ਮੈਂ ਕਾਬਲ ਤੋਂ ਇੱਕ ਕੁੱਤਾ ਮੰਗਾਵਾਂਗਾ, ਜਿਸ ਕੁੱਤੇ ਦੇ ਨਾਲ ਮੈਂ ਇਹਨਾਂ ਦਾ ਨਾਸ਼ ਕਰਵਾਵਾਂਗਾ। ਫਿਰ ਦੱਖਣ ਤੇ ਲਿਆਊ ਫੌਜ, ਲੜ ਕਰ ਇਨ ਉਨ ਮੇਟੇ ਜਿਉ ਖੋਜ, ਕਹਿੰਦੇ ਫਿਰ ਦੱਖਣ ਤੋਂ ਫੌਜ ਆਏਗੀ ਚੜ ਕੇ, ਫਿਰ ਇਹਨਾਂ ਨੂੰ ਖਤਮ ਕਰ ਦਿਆਂਗਾ ਮੈਂ। ਤੇ ਕਹਿੰਦੇ ਆ ਫਿਰ ਖਾਲਸੋ ਭੂਰੋ ਮੰਗਾਇਓ, ਫਿਰ ਖਾਲਸੇ ਦਲ ਇਕੱਠੇ ਹੋਏ ਆ, ਦੋ ਖਾਲਸੇ ਮੇਲ ਕਰਾਇਓ। ਫਿਰ ਖਾਲਸਾ ਜਿਹੜਾ ਆਪਸ ਦੇ ਵਿੱਚ ਮੇਲ ਹੋਇਆ। ਦਿੱਲੀ ਲਾਹੌਰ ਕੇ ਤਖਤ ਪਟਾਊ, ਸਾਤੋਂ ਧਾਰਨ ਧੂੜ ਮਿਲਾਊ, ਕਿ ਮਹਾਰਾਜ ਨੇ ਕਿਹਾ ਸੀ ਕਿ ਦਿੱਲੀ ਦਾ ਤਖਤ ਜਿਹੜਾ ਉਹ ਪੁੱਟ ਕੇ ਸਿੰਘਾਂ ਨੂੰ ਦੇ ਦਿਆਂਗਾ ਤੇ ਸਿੰਘ ਇੱਥੇ ਰਾਜ ਕਰਿਆ ਕਰਨਗੇ। 22 ਸੂਬੇ ਦੇਵੋਂ ਤੋੜ ਵਜ਼ੀਰ,
ਪਾਤਸ਼ਾਹ ਨੇ ਦੇਉ ਫੋੜ, ਕਹਿੰਦੇ ਖਤਮ ਕਰ ਦਿਆਂਗੇ ਮਹਾਰਾਜ ਨੇ ਕਿਹਾ ਸੀ। ਤੁਰਕ ਨਗਾਰੋ ਬਜਨ ਹਟਾਉ, ਕਾਲ ਕਾਲ ਕੋ ਜਾਪ ਜਪਾਉ। ਮਹਾਰਾਜ ਨੇ ਕਿਹਾ ਸੀ ਕਾਲ ਦਾ ਜਾਪ ਜਪਾਉਂਗਾ ਤੇ ਤੁਰਕਾਂ ਦੇ ਨਗਾਰੇ ਵੱਜਣੋਂ ਹਟਾ ਦਿਆਂਗਾ। ਸੋ ਸਮੋ ਅਬ ਆਇਓ ਜਾਨੋ, ਲੁੱਟੋ ਖਾਨੋ ਜੋ ਮਨ ਮਾਨੋ। ਸਿੰਘ ਕਹਿੰਦੇ ਉਹ ਸਮਾਂ ਆ ਗਿਆ, ਹੁਣ ਲੁੱਟੋ ਤੇ ਨਜ਼ਾਰੇ ਲਓ ਜਿੰਨਾ ਵੀ ਧਨ ਲੁੱਟਿਆ ਜਾਂਦਾ। ਸਿੰਘਣ ਮੈਂ ਨਿਵਾਬ ਸੋ ਕਪੂਰ ਸਿੰਘ ਜੀ ਨਾਮ, ਸਭ ਸਿੰਘਣ ਕੋ ਤਿਨ ਹੀ ਬਨੂ ਸਿੰਘਣ ਬੜ ਕਾਮ। ਉਹਨਾਂ ਦੇ ਕੋਲ ਬੜਾ ਵੱਡਾ ਨਵਾਬ ਕਪੂਰ ਸਿੰਘ ਵਰਗਾ ਬਹੁਤ ਹੀ ਜਿਹੜਾ ਇੱਕ ਜਥੇਦਾਰ ਹੈ, ਜਿਹਦੇ ਅਧੀਨ ਸਿੰਘ ਜਿਹੜੇ ਸਨ ਉਹ ਇਸ ਪ੍ਰਕਾਰ ਲੁੱਟਾਂ ਕੁੱਟਾਂ ਕਰਦੇ ਪਏ ਆ। ਕਪੂਰ ਸਿੰਘ ਜਬ ਜੋ ਕਹੀ ਸਿੰਘਣ ਸਭ ਸੁਣਾਏ, ਸੱਤ ਸੱਤ ਸਭ ਕਹਿ ਉੱਠੇ ਕੁਨਸ ਸਿਰ ਨਿਆਏ। ਕਹਿੰਦੇ ਜਦੋਂ ਕਪੂਰ ਸਿੰਘ ਕੋਈ ਵੀ ਗੱਲ ਕਹਿੰਦੇ ਸਨ ਤੇ ਉਸ ਸਮੇਂ ਸਾਰਾ ਖਾਲਸਾ ਸਿਰ ਨੀਵਾਂ ਕਰਕੇ ਕਪੂਰ ਸਿੰਘ ਦੀ ਗੱਲ ਨੂੰ ਮੰਨ ਲੈਂਦੇ ਸਨ ਕਿ ਕਪੂਰ ਸਿੰਘ ਜੋ ਕਹਿੰਦੇ ਹਨ ਸੱਤ ਹੈ। ਤੇ ਦਿੱਲੀ ਤੋਂ ਲੁੱਟਿਆ ਗਈ ਹੈ ਇੱਧਰ, ਦਿੱਲੀ ਲੂਟ ਕਹਾਂ ਲਓ ਗਣੀਏ, ਪਦਮ ਰੁਪਈਏ ਲੈ ਕੇ ਸੁਣੀਏ। ਤਰਫੇ ਥੇ ਜੋ ਹਿੰਦ ਮੈਂ ਸਾਰੇ, 22 ਸੂਬੇ ਵਿੱਚ ਤੇ ਧਾਰੇ। 22 ਸੂਬਿਆਂ ਦੇ ਉੱਤੇ ਕਬਜ਼ਾ ਜਿਹੜਾ ਈਰਾਨ ਦੇ ਬਾਦਸ਼ਾਹ ਇਹਨੇ ਕਰ ਲਿਆ ਹੈ, ਨਾਦਰ ਸ਼ਾਹ ਨੇ। ਤੇ ਤਖਤ ਤਾਊਸ 9 ਕੋਟਾ ਜੋਈ, ਸੋਇਨਾ ਸੁਗੰਧੀ 100 ਦੋਏ ਤੋਲਾ ਹੋਈ। ਕਹਿੰਦਾ ਇੰਨਾ ਕੁਝ ਜਿਹੜਾ ਲੁੱਟਿਆ ਗਿਆ, ਤਖਤੇ ਤਾਊਸ ਤੇ 100 ਦੋਏ ਤੋਲਾ, 200 ਤੋਲੇ ਜਿਹੜਾ ਸੀ ਸੋਨਾ ਸੁਗੰਧੀ ਆਦਿਕ ਲੁੱਟੇ ਗਏ। ਇੱਕ ਹੀਰਾ ਥਾ ਪੰਡਵਨ ਵਾਲੋ, ਇਹ ਹੀਰਾ ਪੰਡਵਨ ਵਾਲੋ ਜਿਹੜਾ ਸੀ ਦਾ ਭਾਵ ਪਾਂਡਵਾਂ ਦਾ ਹੀਰਾ, ਭਾਵ ਜਿਹੜਾ ਕੋਹੀਨੂਰ ਹੀਰਾ। ਦੋਏ ਕਹੇ ਕੋ ਵੱਡ ਥੋ ਲਾ ਲੋ, ਹੋਰ ਕਈ ਲਾਲ ਜਿਹੜੇ ਸੀ ਉਹ ਇਹਨੇ ਲੁੱਟੇ ਆ ਈਰਾਨ ਦੇ ਬਾਦਸ਼ਾਹ ਨੇ। ਉਸੋਂ ਸਾਹੂ ਰਹਿਣ ਪੜੇ ਕੁਰਾਨ, ਹੈਰ ਚਰਚਾ ਜੈ ਮੱਧ ਜਹਾਨ। ਸ਼ਾਹੀਨ ਕੂਰ ਕੋ ਮੱਛੀ ਕਹੇ, ਆਏ ਕਰਦ ਤਿਸ ਮਾਜ ਜੋ ਚਾਹੇ। ਮੋਤੀ ਆਂਡੇ ਮੁਰਗ ਸਮਾਨ, ਚੌਸ਼ ਧਰਤੀ ਤੋਲ ਪਛਾਣ। ਗੁਲਾਈ ਤਿਨ ਕੀ ਵੱਡੀ ਅਪਾਰ, ਕਹੀ ਕਵੀਸ਼ਰ ਬੁੱਧ ਅਨੁਸਾਰ। ਕਹਿੰਦੇ ਇਸ ਪ੍ਰਕਾਰ ਬੜਾ ਕੁਛ ਧਨ ਪਦਾਰਥ ਖਾਣ ਪੀਣ ਵਾਲਾ ਸੌਦਾ ਲੁੱਟ ਕੇ ਇਹ ਜਿਹੜਾ ਸੀ ਨਾਦਰ ਸ਼ਾਹ ਇੱਧਰ ਨੂੰ ਤੁਰਿਆ ਹੈ। ਤੇ ਰਸਤੇ ਦੇ ਵਿੱਚ ਸਿੰਘ ਇਹਨੂੰ ਲੁੱਟ ਲੈਂਦੇ ਸਨ ਤੇ ਲੁੱਟ ਕੇ ਉਹਦੇ ਵਿੱਚੋਂ ਹੀ ਮਾਲ ਅਸਬਾਬ ਲੈ ਲੈਂਦੇ। ਤੇ ਇਹਦੇ ਨਾਲ ਹੀ ਜਿਹੜੇ ਬੰਦੀਆਂ ਨੂੰ, ਜਿਹੜੀਆਂ ਔਰਤਾਂ ਨੂੰ ਉਸ ਸਮੇਂ ਦਿੱਲੀ ਤੋਂ ਫੜ ਕੇ ਗੁਲਾਮ ਬਣਾ ਕੇ ਲੈ ਕੇ ਜਾ ਰਿਹਾ ਸੀ ਨਾਦਰ ਸ਼ਾਹ, ਉਹਨਾਂ ਨੂੰ ਸਿੰਘ ਜਿਹੜੇ ਸਨ ਛੁਡਾ ਕੇ ਤੇ ਉਹਨਾਂ ਨੂੰ ਘਰੋਂ ਘਰੀ ਪਹੁੰਚਾਉਣ ਦਾ ਕਾਰਜ ਸਿੰਘ ਕਰਦੇ ਸਨ। ਇਹ ਸਾਰਾ ਕਾਰਜ ਜਿਹੜਾ ਸਿੰਘ ਆਪਣੇ ਸਮੇਂ ਦੇ ਵਿੱਚ ਕਰਦੇ ਸਨ। ਇਹਦੇ ਨਾਲ ਫਾਇਦਾ ਇਹ ਵੀ ਹੋਇਆ ਕਿ ਸਿੰਘਾਂ ਦੇ ਜਥੇ ਦੇ ਵਿੱਚ ਵੀ ਬਹੁਤ ਜਿਹੜੇ ਹਿੰਦੂ ਸਿੱਖ ਪਰਿਵਾਰਾਂ ਦੇ ਬੱਚੇ ਸਨ, ਲੜਕੇ ਲੜਕੀਆਂ ਆਦਿ ਕੋ ਰਲ ਗਏ ਤੇ ਉਹਨਾਂ ਨੇ ਵੀ ਪੰਥ ਦੇ ਵਿੱਚ ਕਾਫੀ ਵਾਧਾ ਕੀਤਾ ਜਦੋਂ ਨਾਦਰ ਸ਼ਾਹ ਦੇ ਵੇਲੇ ਦੇ ਵਿੱਚ, ਭਾਵ ਕਿ ਉਸ ਸਮੇਂ ਬਹੁਤ ਖਾਲਸਾ ਜਿਹੜਾ ਵੱਧ ਗਿਆ। ਫਿਰ ਇਹ ਸਾਧ ਸੰਗਤ ਜਦੋਂ ਜ਼ਕਰੀਆ ਖਾਨ ਲਾਹੌਰ ਆਉਂਦਾ ਲੁੱਟ ਮਾਰ ਕਰਕੇ, ਇਹਨੂੰ ਅੱਗੇ ਲੁੱਟਿਆ ਜਾਂਦਾ। ਇਹ ਬੜਾ ਫਿਰ ਉਸ ਸਮੇਂ ਹੈਰਾਨ ਹੁੰਦਾ ਹੈ ਕਿ ਇਹ ਕੌਣ ਆ, ਕਿਹੜੇ ਲੋਕ ਆ ਇਹ। ਪੁੱਛਦਾ ਹੈ ਆਣ ਕੇ, ਪੁੱਛਿਓ ਨਾਦਰ ਨੇ ਖਾਨੂ ਆਏ, ਹਮਕੋ ਲੁੱਟਣਦਾਰ ਬਤਾਏ। ਕਹਿੰਦਾ ਮੈਨੂੰ ਦੱਸ ਕੌਣ ਆ ਇਹ ਜਿਹੜੇ ਮੈਨੂੰ ਲੁੱਟਦੇ ਆ। ਜਿਨ ਲੁੱਟ ਖਾਇਓ ਹਮਰੋ ਰਾਹ, ਮੁਲਕ ਉਸੇ ਕੀ ਉਡਾ ਦਿਓ ਸਾਹੇ। ਕਹਿੰਦਾ ਜਿੰਨੇ ਮੈਨੂੰ ਰਾਹ ਦੇ ਵਿੱਚ ਲੁੱਟਿਆ, ਮੈਨੂੰ ਉਹਨਾਂ ਦਾ ਮੁਲਕ ਦੱਸ ਕਿਹੜਾ, ਮੈਂ ਉਹਨਾਂ ਦਾ ਖਰਾ ਖੋਜ ਵਟਾ ਦਾਂਗਾ। ਨਾਦਰ ਸ਼ਾਹ ਕਹਿੰਦਾ ਜ਼ਕਰੀਆ ਖਾਨ ਨੂੰ, ਕਹਿੰਦਾ ਮੈਂ ਖਤਮ ਕਰ ਦਿਆਂਗਾ ਉਹਨਾਂ ਨੂੰ ਜਿਨ੍ਹਾਂ ਨੇ ਮੈਨੂੰ ਲੁੱਟਿਆ ਆਣ ਕੇ। ਤਬ ਖਾਨੂ ਨੇ ਐਸ ਬਖਾਨੀ, ਮੁਲਕ ਉਸੇ ਕੋ ਨਾਹੀ ਨਿਸ਼ਾਨੀ। ਤੇ ਅੱਗੇ ਉਹ ਖਾਨ ਬਹਾਦਰ ਜ਼ਕਰੀਆ ਖਾਨ ਕਹਿੰਦਾ ਉਹਨਾਂ ਦੇ ਮੁਲਕ ਦੀ ਕੋਈ ਨਿਸ਼ਾਨੀ ਨਹੀਂ ਹੈਗੀ। ਨਾਦਰ ਸ਼ਾਹ ਜਿਨ੍ਹਾਂ ਦੀ ਤੂੰ ਗੱਲ ਕਰਦਾ ਹੈ, ਉਹਨਾਂ ਦੀ ਕਿਸੇ ਪ੍ਰਕਾਰ ਦੀ ਕੋਈ ਨਿਸ਼ਾਨੀ ਨਹੀਂ ਹੈ। ਕਹਿੰਦਾ ਖੜੇ ਸੋਵੇਂ ਔਰ ਚਲਤੇ ਖਾਹੇ। ਸਾਧ ਸੰਗਤ ਤੇ ਬੜੀ ਮਾਣ ਤੇ ਬਹਾਦਰੀ ਵਾਲੀ ਗੱਲ ਹੈ ਸਾਡੇ ਖਾਲਸੇ ਦੀ, ਇਹ ਗੱਲਾਂ ਸੁਣਨ ਵਾਲੀਆਂ, ਕਿਉਂਕਿ ਦੁਸ਼ਮਣ ਵੀ ਇਹਨਾਂ ਗੱਲਾਂ ਨੂੰ ਮੰਨਦੇ ਸੀ ਕਿ ਖਾਲਸੇ ਦੀ ਕਿੰਨੀ ਚੜ੍ਹਦੀ ਕਲਾ। ਧਿਆਨ ਦੇਣਾ ਆਪ ਜੀ ਨੇ, ਖਾਨ ਬਹਾਦਰ ਜ਼ਕਰੀਆ ਖਾਨ ਦੱਸਦਾ ਪਿਆ ਹੈ ਈਰਾਨ ਦੇ ਬਾਦਸ਼ਾਹ ਨਾਦਰ ਸ਼ਾਹ ਨੂੰ, ਕਹਿੰਦਾ ਖੜੇ ਸੌਵੇਂ ਔਰ ਚਲਤੋ ਖਾਹੇ। ਕਹਿੰਦਾ ਖੜੇ ਖੜੇ ਸੌ ਜਾਂਦੇ ਆ ਤੇ ਤੁਰਦੇ ਤੁਰਦੇ ਖਾਂਦੇ ਆ। ਨਾ ਬੈਠੇ ਵੋ ਕਿਤੇ ਗਰਾਏ, ਕਹਿੰਦੇ ਕਿਤੇ ਵਿਸ਼ੇਸ਼ ਪਿੰਡ ਦੇ ਵਿੱਚ ਨਹੀਂ ਉਹ ਬੈਠਦੇ। ਨੂਨ ਘਿਰਤ ਕੋ ਸਵਾਦ ਨਾ ਜਾਣੇ, ਕਹਿੰਦਾ ਨਾ ਇਹ ਲੂਣ ਤੇ ਨਾ ਘਿਓ ਦਾ ਸਵਾਦ ਜਾਣਦੇ ਆ। ਹਮ ਦੁੱਖ ਦੇਵੇ ਵੈ ਸੁਖ ਮਾਨੇ, ਕਹਿੰਦਾ ਫਿਰ ਵੀ ਸਾਨੂੰ ਬੜੇ ਦੁੱਖ ਦਿੰਦੇ ਆ ਤੇ ਆਪ ਸੁਖ ਲੈਂਦੇ ਆ, ਹਰ ਵੇਲੇ ਸੁਖੀ ਰਹਿੰਦੇ ਆ। ਹਾੜ ਨਾ ਦਿਨ ਪਰ ਪੀਵੇ ਪਾਣੀ, ਕਹਿੰਦੇ ਹਾੜ ਦੇ ਦਿਨਾਂ ਦੇ ਵਿੱਚ, ਗਰਮੀ ਦੇ ਦਿਨਾਂ ਦੇ ਵਿੱਚ ਸਾਰਾ ਦਿਨ ਪਾਣੀ ਨਹੀਂ ਸੀ ਪੀਂਦੇ ਸਿੰਘ। ਸਿਆਲੇ ਰੱਖੇ ਨਾ ਅਗਨ ਨਿਸ਼ਾਨੀ, ਤੇ ਸਿਆਲਾਂ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਅੱਗ ਆਦਿਕ ਨਿਸ਼ਾਨੀ ਨਹੀਂ ਰੱਖਦੇ ਸਨ।
न खावे न पीसियो नाज, ना कोई नाज पीसदे आ, किसी प्रकार का पीसिया होया नाज खांदे आ। लड़े बहुत वह करके भाज, कहंदे इन्ना तेज लड़दे आ भज भज के कि साडे घोड़ियां नालों भी तेज हो के लड़दे आ। एक होए तां सौ सौ लड़े, मरने ते वह मूल ना डरे। ਕਹਿੰਦਾ ਨਾਦਰ ਸ਼ਾਹ ਨੂੰ ਖਾਨ ਬਹਾਦਰ ਜ਼ਕਰੀਆ ਖਾਨ ਕਹਿੰਦਾ ਲੜਨ ਤੋਂ ਇੱਕ ਮੂਲ ਵੀ ਨਹੀਂ ਡਰਦੇ, ਭੋਰਾ ਵੀ ਨਹੀਂ ਡਰਦੇ। ਕਹਿੰਦਾ ਸਾਡਿਆਂ ਦੇ ਨਾਲ 100 ਦੇ ਨਾਲ ਇੱਕ ਇੱਕ ਜਿਹੜਾ ਉਹ ਲੜਨ ਲੱਗ ਪੈਂਦਾ। ਕਹਿੰਦਾ ਇਹਨਾਂ ਦੇ ਘਰ ਘਾਟ ਕੁਛ ਵੀ ਨਹੀਂ ਆ, ਘੋੜਿਆਂ ਦੀਆਂ ਕਾਠੀਆਂ ਤੇ ਸੌਂਦੇ ਆ, ਖੜੇ ਖੜੇ ਸੌ ਜਾਂਦੇ ਆ। ਤੇ ਕਹਿੰਦਾ ਇਹਨਾਂ ਦੇ ਬਾਰੇ ਤੂੰ ਕੀ ਗੱਲਾਂ ਕਰਦਾ ਹੈ, ਭੁੱਖੇ ਨੰਗੇ ਜੰਗਲਾਂ ਦੇ ਕੰਢੇ ਲਤਾੜਦੇ ਰਹਿੰਦੇ ਆ, ਸਰਕਾਰ ਦੀਆਂ ਗੋਲੀਆਂ ਦਾ ਜਿਹੜਾ ਸੀ ਉਹ ਸ਼ਿਕਾਰ ਹੁੰਦੇ ਆ, ਚਰਖੜੀਆਂ ਤੇ ਚਾੜੇ ਜਾਂਦੇ ਆ, ਬੰਦ ਬੰਦ ਇਹਨਾਂ ਤੇ ਅਸੀਂ ਕੱਟ ਦਿੰਨੇ ਆ, ਪਰ ਫਿਰ ਵੀ ਕਹਿੰਦੇ ਆ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ। ਨਾਦਰ ਸ਼ਾਹ ਨੂੰ ਕਹਿੰਦਾ ਫਿਰ ਵੀ ਅੱਗਿਓਂ ਕਹਿੰਦੇ ਆ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ। ਕਹਿੰਦਾ ਇਹਨਾਂ ਦੇ ਘਰ ਘਾਟ ਕੋਈ ਨਹੀਂ, ਕੋਈ ਸੱਜਣ ਨਹੀਂ, ਕੋਈ ਸਨੇਹੀ ਨਹੀਂ ਇਹਨਾਂ ਦਾ, ਸਰਕਾਰ ਵੱਲੋਂ ਇਹਨਾਂ ਦੇ ਮਾਰਨ ਨੂੰ ਇਨਾਮ ਦਿੱਤਾ ਜਾਂਦਾ ਹੈ, ਖਾਣ ਨੂੰ ਇਹਨੂੰ ਰੱਜਵਾਂ ਕੱਪੜਾ ਨਹੀਂ, ਖਾਣ ਨੂੰ ਇਹਨਾਂ ਨੂੰ ਰੱਜਵਾਂ ਰਾਸ਼ਨ ਨਹੀਂ ਮਿਲਦਾ, ਪੂਰਾ ਤਨ ਢੱਕਣ ਵਾਸਤੇ ਇਹਨਾਂ ਨੂੰ ਕੱਪੜਾ ਕੋਈ ਨਹੀਂ ਦਿੱਤਾ ਜਾਂਦਾ। ਕਹਿੰਦਾ ਫਿਰ ਵੀ ਇਹ ਦਾਵਾ ਕਰਦੇ ਕਿ ਸਾਰੀ ਦੁਨੀਆ ਦੀ ਬਾਦਸ਼ਾਹੀ ਸਾਡੀ ਹੈ, ਫਿਰ ਵੀ ਦਾਵਾ ਕਰਦੇ। ਕਹਿੰਦਾ ਇੰਨੇ ਵੱਡੇ ਲੜਾਕੇ ਹਨ ਕਿ 1.25 ਲੱਖ ਦੇ ਨਾਲ ਕੱਲਾ ਕੱਲਾ ਟੱਕਰ ਜਾਂਦਾ, ਤੇ ਇੰਨੇ ਅਭਿਮਾਨੀ ਆ ਕਿ ਬਾਕੀ ਦੁਨੀਆ ਨੂੰ ਕਹਿੰਦੇ 84 ਭੋਗਣ ਵਾਸਤੇ ਆਈ ਆ, ਤੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਅਕਾਲ ਪੁਰਖ ਦੇ ਖਾਲਸੇ ਆ। ਕਹਿੰਦਾ ਸਾਡੇ ਘੋੜਿਆਂ ਨਾਲੋਂ ਵਧੇਰੇ ਭੱਜਦੇ ਆ, ਨਾ ਥਕੇਵਾਂ ਨਾ ਨੀਂਦ ਨਾ ਭੁੱਖ ਦੀ ਪਰਵਾਹ ਕਰਦੇ ਆ, ਤੇ ਢੈਂਦੀ ਕਲਾ ਇਹਨਾਂ ਦੇ ਨੇੜੇ ਨਹੀਂ ਢੁਕਦੀ। ਇਸ ਤਰ੍ਹਾਂ ਦੇ ਹਨ ਇਹ ਸਿੱਖ ਜਿਨ੍ਹਾਂ ਨੇ ਆਪ ਜੀ ਦੀ ਇਹ ਫੌਜਦਾਰੀ ਲੁੱਟੀ ਹੈ, ਜਿਨ੍ਹਾਂ ਨੇ ਆਪ ਦੀ ਫੌਜ ਨੂੰ ਇਹ ਧਨ ਪਦਾਰਥ ਜਿਹੜਾ ਤੁਸੀਂ ਲੈ ਕੇ ਜਾਂਦੇ ਸੀ ਇਹ ਲੁੱਟਿਆ ਹੈ। ਰਾਏ ਚਾਓ ਉਨ ਮਰਨ ਕੋ ਦੀਨ ਮਜਬ ਕੋ ਭਾਏ, ਹਮ ਮਾਰਤ ਉਨ ਥੱਕ ਗਏ ਉਹ ਘਟਨਾ ਕਿ ਤੂੰ ਦਾਏ। ਕਹਿੰਦਾ ਅਸੀਂ ਮਾਰਦੇ ਮਾਰਦੇ ਥੱਕ ਗਏ ਪਰ ਇਹ ਨਹੀਂ ਘਟਦੇ। ਫਿਰ ਨਾਦਰ ਖਾਨ ਨੂੰ ਪੁੱਛਿਓ ਵੈ ਮਤ ਕਹਿ ਪੀਰ ਕਹਿ ਵੈ ਆਪੇ ਤੇ ਵਦੇ ਤਾਂ ਵਹਿ ਹੋਏ ਤਕੀਰ। ਕਹਿੰਦਾ ਇਹਨਾਂ ਦਾ ਪੀਰ ਕੌਣ ਸੀ? ਨਾਦਰ ਸ਼ਾਹ ਪੁੱਛਦਾ। ਕਹਿੰਦਾ ਕੌਣ ਸੀ ਇਹਨਾਂ ਦਾ ਪੀਰ ਜਿਹਦੇ ਕਰਕੇ ਇੰਨੀ ਵਾਧੀ ਫੁੱਲਦੀ ਹੈ, ਇਹ ਜਿਹੜੀ ਆ ਇਹ ਫੌਜ ਇੰਨੀ ਵਾਧੀ ਫੁੱਲਦੀ, ਇਹਨਾਂ ਦਾ ਪੀਰ ਕੌਣ ਸੀ, ਇਹਨਾਂ ਦਾ ਵੱਡਾ ਕੌਣ ਸੀ, ਜਿਨ੍ਹਾਂ ਦੇ ਕਰਕੇ ਇਹ ਕਿਹੜੇ ਧਰਮ ਦੇ ਹਨ, ਜਿਨ੍ਹਾਂ ਦੇ ਕਰਕੇ ਜਿਹੜਾ ਇਹਨਾਂ ਦਾ ਪ੍ਰਤਾਪ ਹੈ, ਕੌਣ ਹਨ ਇਹ, ਇਹਨਾਂ ਦਾ ਪੀਰ ਕੌਣ ਹੋਇਆ? ਤਬ ਖਾਨੂ ਨੇ ਸਭ ਕਹਿਓ ਗੁਰੂ ਨਾਨਕ ਕੋ ਪ੍ਰਕਾਸ਼। ਫਿਰ ਖਾਨ ਬਹਾਦਰ ਜ਼ਕਰੀਆ ਖਾਨ ਨੇ ਗੁਰੂ ਨਾਨਕ ਸਾਹਿਬ ਦੀ ਗੱਲ ਕੀਤੀ। ਕਹਿੰਦਾ ਕਰਾਮਾਤ ਵੀ ਬਹੁ ਕਹੀ ਜਨਮ ਸੁਸਾਖੀ ਪਾਕ। ਉਹਨੇ ਸਾਰੀ ਕਰਾਮਾਤ ਗੁਰੂ ਨਾਨਕ ਸਾਹਿਬ ਦੀ ਦੱਸੀ ਹੈ ਕਿ ਕਿਵੇਂ ਕਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਇਸ ਸੰਸਾਰ ਨੂੰ ਜਗਤ ਜਲੰਦੇ ਨੂੰ ਤਾਰਿਆ। ਉਹ ਸਾਰੀ ਗੱਲਬਾਤ ਨਾਦਰ ਸ਼ਾਹ ਨੂੰ ਇਹ ਖਾਨ ਬਹਾਦਰ ਜ਼ਕਰੀਆ ਖਾਨ ਦੱਸਦਾ ਪਿਆ ਹੈ ਕਿ ਕਿਵੇਂ ਕਿਵੇਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਧਰਮ ਚਲਾਇਆ ਹੈ, ਸਿੱਖ ਧਰਮ। ਤੇ ਅੱਗੇ ਕਹਿੰਦਾ ਹੈ ਜਿਮ ਉਨ ਨਾਨਕ ਸੰਗਤ ਮਾਰੀ, ਜਿਮ ਜਿਮ ਉਨ ਸੋ ਕਰੀ ਕੁਆਰੀ, ਜਿਮ ਜਿਮ ਨੀਨੀ ਕਰਾ ਸੁਮਾਤ, ਜਿਮ ਸਤਿਗੁਰ ਸੋ ਕੀਨੇ ਘਾਤ। ਉਹਨੇ ਸਾਰੀ ਗੱਲ ਦੱਸੀ ਆ ਕਿ ਕਿਵੇਂ ਗੁਰੂ ਨਾਨਕ ਸਾਹਿਬ ਦੀ ਸੰਗਤ ਨੂੰ ਅਸੀਂ ਮਾਰਦੇ ਰਹੇ ਹਾਂ, ਪਰ ਫਿਰ ਅਸੀਂ ਖੁਆਰ ਕਰਦੇ ਰਹੇ ਹਾਂ, ਪਰ ਫਿਰ ਵੀ ਇਹ ਖੜੇ ਹੋ ਜਾਂਦੇ ਰਹੇ ਆ। ਕਿਵੇਂ ਅਸੀਂ ਸਤਿਗੁਰਾਂ ਦੇ ਬੱਚਿਆਂ ਨੂੰ ਘਾਤ ਕੀਤਾ, ਕਿਵੇਂ ਸਤਿਗੁਰਾਂ ਦੇ ਉੱਤੇ ਅਸੀਂ ਇੰਨਾ ਕੁਛ ਕੀਤਾ, ਉਹ ਸਾਰੀ ਗੱਲ ਦੱਸਦਾ ਹੈ। ਪੁੱਛ ਪੁੱਛ ਨਾਦਰ ਸਭ ਸੁਣ ਲਿਓ, ਸਭੋ ਭੇਦ ਤਬ ਖਾਨੂ ਦਇਓ। ਸਾਰੇ ਭੇਦ ਖਾਨ ਬਹਾਦਰ ਜ਼ਕਰੀਆ ਖਾਨ ਨੇ ਦੱਸੇ ਕਿ ਕੌਣ ਸਨ, ਕਿਵੇਂ ਦੇ ਸਨ, ਇਹਨਾਂ ਦੇ ਵੱਡ ਵਡੇਰੇ ਕੌਣ ਸਨ। ਸਿੱਖਾਂ ਦਾ ਇਤਿਹਾਸ ਹੁਣ ਨਾਦਰ ਸ਼ਾਹ ਨੂੰ ਦੱਸਦਾ ਹੈ ਜ਼ਕਰੀਆ ਖਾਨ। ਕਹਿੰਦਾ ਹੈ ਤੇਗ ਬਹਾਦਰ ਜਿਮ ਸਿਰ ਦਿਓ, ਜਿਮ ਕਰ ਚਾਰ ਸਾਹਿਜਾਦੇ ਹੋਇਓ। ਕਹਿੰਦੇ ਕਿ ਖਾਨ ਬਹਾਦਰ ਜ਼ਕਰੀਆ ਖਾਨ ਕਹਿੰਦਾ ਕਿ ਸੁਣੋ ਈਰਾਨ ਦੇ ਬਾਦਸ਼ਾਹ ਨਾਦਰ ਸ਼ਾਹ, ਇਹ ਗੱਲ ਸੁਣ ਕੇ ਇਹਨਾਂ ਦਾ ਇੱਕ ਗੁਰੂ ਹੋਇਆ ਹੈ ਗੁਰੂ ਤੇਗ ਬਹਾਦਰ, ਜਿਹਨੇ ਸਿਰ ਦਿੱਤਾ ਸੀ ਔਰੰਗਜ਼ੇਬ ਦੇ ਸਮੇਂ, ਤੇ 4 ਸਾਹਿਬਜ਼ਾਦੇ ਹੋਏ ਇਹਨਾਂ ਦੇ ਵਿੱਚ ਜੋ ਗੁਰੂ ਦੇ ਪੁੱਤਰ ਸਨ। ਤਬ ਨਾਦਰ ਸੁਣ ਸੀਸ ਹਿਲਾਇਆ, ਆਪਣੋ ਕੀਨੋ ਅਬ ਤੁਮ ਪਾਇਓ। ਕਹਿੰਦਾ ਜਦੋਂ ਦੱਸਿਆ ਨਾ ਜ਼ਕਰੀਆ ਖਾਨ ਨੇ ਕਿ ਸਾਹਿਬਜ਼ਾਦਿਆਂ ਨੂੰ ਇਸ ਪ੍ਰਕਾਰ, ਛੋਟੇ ਸਾਹਿਬਜ਼ਾਦਿਆਂ ਨੂੰ ਸੰਗ ਦੀਆਂ ਨੀਹਾਂ ਦੇ ਵਿੱਚ ਵਜ਼ੀਰ ਖਾਨ ਜੋ ਸਾਡਾ ਸੀ ਉਹਨੇ ਚਿਣ ਕੇ ਸ਼ਹੀਦ ਕਰ ਦਿੱਤਾ, ਤੇ 40 ਦੇ ਨਾਲ ਟੱਕਰ ਹੋਈ ਤੇ 2 ਸਾਹਿਬਜ਼ਾਦੇ ਵੱਡੇ ਸ਼ਹੀਦ ਹੋ ਗਏ ਗੁਰੂ ਸਾਹਿਬ ਦੇ, ਗੁਰੂ ਗੋਬਿੰਦ ਸਿੰਘ ਜੀ ਦੇ। ਜਦੋਂ ਇਹ ਸਾਰੀ ਗੱਲ ਸੁਣੀ ਹੈ ਨਾਦਰ ਸ਼ਾਹ ਨੇ, ਸਿੱਖ ਇਤਿਹਾਸ ਦੇ ਬਾਰੇ ਜਾਣਕਾਰੀ ਲਈ, ਤੇ ਉੱਥੇ ਬੈਠਾ ਬੈਠਾ ਸਿਰ ਹਿਲਾਉਣ ਲੱਗ ਪਿਆ ਨਾਦਰ ਸ਼ਾਹ। ਸਿਰ ਹਿਲਾਉਂਦਿਆਂ ਹਿਲਾਉਂਦਿਆਂ ਇਹਨੇ ਕਿਹਾ ਹੈ ਕਿ ਤੁਸੀਂ ਆਪਣਾ ਕੀਤਾ ਆਪ ਪਾਇਆ ਹੈ। ਕਹਿੰਦਾ ਤੁਸੀਂ ਆਪਣਾ ਕੀਤਾ ਆਪ ਪਾਇਆ ਹੈ।
ਸੋ ਅਬ ਜੀਤੇ ਜਾਵੇ ਨਾਹੀ ਜਿਨ ਕੈ ਸਾਹਿਬ ਆਪ ਪਨਾਹੀ। ਅੱਗੇ ਕਹਿੰਦਾ ਨਾਦਰ ਸ਼ਾਹ, ਕਹਿੰਦਾ ਉਹ ਗੱਲ ਸੁਣ ਲਓ ਭਾਈ, ਇਹ ਨਹੀਂ ਜਿੱਤੇ ਜਾਂਦੇ। ਫਿਰ ਕਹਿੰਦਾ ਇਹ ਨਹੀਂ ਜਿੱਤੇ ਜਾਂਦੇ, ਇਹ ਜਿਹੜੇ ਤੂੰ ਕਹਿਣਾ ਹੈ ਨਾ ਵੀ ਇਹਨਾਂ ਦਾ ਗੁਰੂ ਬੜਾ ਵਲੀ ਹੈ, ਕਹਿੰਦਾ ਵਾਕਈ ਬੜਾ ਵਲੀ ਹੈ। ਜਿਹੜਾ ਆਪਣੇ 4 ਪੁੱਤਰਾਂ ਨੂੰ ਵਾਰ ਕੇ ਚਲਾ ਗਿਆ ਹੋਵੇ, ਉਹਦੇ ਸਿੱਖ ਕਿਉਂ ਨਾ ਕਹਿੰਦਾ ਬਲੀ ਹੋਣ। ਨਾਦਰ ਸ਼ਾਹ ਕਹਿੰਦਾ ਜਿਹਦੇ 4 ਪੁੱਤਰ ਤੁਸੀਂ ਕਤਲ ਕਰ ਦਿੱਤੇ, ਜਿਹਨੇ ਉਹਨਾਂ 4 ਪੁੱਤਰਾਂ ਦੀ ਪਰਵਾਹ ਨਹੀਂ ਕੀਤੀ, ਤੇ ਸਾਨੂੰ ਇਹ ਦੱਸ ਵੀ ਇਹ ਜਿਹੜੇ ਹਨ ਇਹ ਖਾਲਸੇ ਕਿੱਥੋਂ ਟੇਕੇ ਬਹਿਣਗੇ। ਨਾਦਰ ਸ਼ਾਹ ਕਹਿੰਦਾ ਇਹ ਨਹੀਂ ਟੇਕੇ ਬਹਿਣੇ। ਕਹਿੰਦਾ ਉਹ ਸਮਾਂ ਨੇੜੇ ਹੀ ਆ। ਨਾਦਰ ਸ਼ਾਹ ਨੇ ਕਿਹਾ ਠੰਡਾ ਜਿਹਾ ਸਾਹ ਲੈ ਕੇ, ਕਹਿੰਦਾ ਸਮਾਂ ਨੇੜੇ ਹੀ ਹੈ। ਗੱਲ ਜ਼ਰੂਰ ਹੈ ਕਿ ਇਹ ਇਸ ਦੇਸ਼ ਦੇ ਬਾਦਸ਼ਾਹ ਬਣ ਗਏ। ਕੋਈ ਵੀ ਸ਼ਕਤੀ, ਕੋਈ ਵੀ ਤਾਕਤ ਇਹਨਾਂ ਨੂੰ ਜਿਹੜੀ ਰੋਕ ਨਹੀਂ ਸਕਦੀ। ਜਿਨ੍ਹਾਂ ਦੇ ਵਿੱਚ ਇੰਨੀ ਲਗਨ, ਇੰਨੀ ਬਹਾਦਰੀ ਹੋਵੇਗੀ, ਉਹ ਫੌਜ ਜਿਹੜੀ ਹੈ ਉਹ ਕਿਸੇ ਪ੍ਰਕਾਰ ਵੀ ਕਿਸੇ ਦੀ ਅਧੀਨਗੀ ਸਵੀਕਾਰ ਨਹੀਂ ਕਰੇਗੀ। ਬਾਦਸ਼ਾਹ ਕਹਿੰਦਾ ਖਾਨ ਬਹਾਦਰ ਜ਼ਕਰੀਆ ਖਾਨ ਨੂੰ, ਕਹਿੰਦਾ ਤੁਸੀਂ ਜੋ ਮਰਜ਼ੀ ਕਰ ਲਓ, ਇਹਨਾਂ ਨੂੰ ਤੁਸੀਂ ਕਿਸੇ ਪ੍ਰਕਾਰ ਵੀ ਦਬਾ ਨਹੀਂ ਸਕਦੇ। ਇਸ ਤਰ੍ਹਾਂ ਇੱਕ ਪ੍ਰਕਾਰ ਦਾ ਜਿਹੜਾ ਤਾਨਾ ਮਾਰ ਕੇ ਜਾਂ ਇਸ ਪ੍ਰਕਾਰ ਦੀਆਂ ਕੋਈ ਗੱਲਾਂ ਕਹਿ ਕੇ ਫਿਰ ਇਹ ਜਿਹੜਾ ਹੈ ਖਾਨ ਬਹਾਦਰ ਜ਼ਕਰੀਆ ਖਾਨ ਇੱਥੋਂ ਵਾਪਸ ਜਾਂਦਾ ਹੈ। ਤੇ ਅੰਤ 4 ਮੁਹਾਲ ਤੇ ਹੋਰ ਨਾਲ ਲੱਗਦੇ ਇਲਾਕੇ ਖਾਨ ਬਹਾਦਰ ਜ਼ਕਰੀਆ ਖਾਨ ਨੂੰ, ਜਿਹੜੇ 4 ਮੁਹਾਲ ਜਿਹੜੇ ਸਨ ਔਰੰਗਾਬਾਦ ਆਦਿਕ, ਉਹ ਸਾਰੇ ਜਿਹੜੇ ਹਨ ਉਹ 20 ਲੱਖ ਰੁਪਇਆ ਸਾਲਾਨਾ ਖਰਾਜ, 20 ਲੱਖ ਰੁਪਇਆ ਦੇਣਾ ਕੀਤਾ ਨਾਦਰ ਸ਼ਾਹ ਨੂੰ ਕਿ ਮੈਂ ਤੈਨੂੰ 20 ਲੱਖ ਰੁਪਇਆ ਇਹਨਾਂ 4 ਜਗ੍ਹਾ ਦਾ ਦਿਆਂ ਕਰਾਂਗਾ। ਤੇ ਉਹ 20 ਲੱਖ ਸਾਲਾਨਾ ਦੇ ਕੇ ਖਰਾਜ ਦੇ ਬਦਲੇ ਤੇ ਨਾਦਰ ਸ਼ਾਹ ਵਾਪਸ ਕੰਧਾਰ ਨੂੰ ਚਲਾ ਗਿਆ। ਖਾਨ ਬਹਾਦਰ ਜ਼ਕਰੀਆ ਖਾਨ ਇਹਨੂੰ ਨਾਦਰ ਸ਼ਾਹ ਨੂੰ ਝਨਾ ਦੇ ਤੱਕ, ਝਨਾ ਦਰਿਆ ਦੇ ਤੱਕ ਨਾਦਰ ਖਾਨ ਨੂੰ ਆਪ ਵਾਪਸ ਤੋਰਨ ਵਾਸਤੇ ਗਿਆ। ਇਸ ਆਗਿਆਕਾਰੀ ਦੇ ਬਦਲੇ ਦੇ ਵਿੱਚ ਨਾਦਰ ਸ਼ਾਹ ਨੇ ਖਾਨ ਬਹਾਦਰ ਦੀ ਪਦਵੀ ਵਧਾਉਣ ਵਾਸਤੇ ਬਾਦਸ਼ਾਹ ਦਿੱਲੀ ਨੂੰ ਚਿੱਠੀ ਲਿਖੀ ਹੈ। ਤੇ ਉਸ ਦੀ ਪਾਲਣਾ ਕਰਦਿਆਂ ਬਾਦਸ਼ਾਹ ਨੇ ਖਾਨ ਬਹਾਦਰ ਜ਼ਕਰੀਆ ਖਾਨ ਨੂੰ 8000 ਦੀ ਪਦਵੀ ਦਿੱਤੀ ਹੈ। ਤੇ ਸੈਫੁਦੌਲਾ ਦਾ ਖਿਤਾਬ ਜਿਹੜਾ ਹੈ ਉਹ ਜ਼ਕਰੀਆ ਖਾਨ ਨੂੰ ਦਿੱਤਾ ਗਿਆ। ਸੈਫੁਦੌਲਾ ਦਾ ਖਿਤਾਬ ਦਿੱਤਾ ਤੇ ਨਾਲ ਹੀ ਮੁਲਤਾਨ ਦੀ ਸੂਬੇਦਾਰੀ ਜਿਹੜੀ ਹੈ ਉਹ ਵੀ ਖਾਨ ਬਹਾਦਰ ਨੂੰ ਦੇ ਦਿੱਤੀ ਗਈ ਹੈ, ਕਿਉਂਕਿ ਉੱਥੋਂ ਦਾ ਸੂਬੇਦਾਰ ਅਬਦੁਸ ਖਾਨ, ਜਿਹੜਾ ਖਾਨ ਬਹਾਦਰ ਜ਼ਕਰੀਆ ਖਾਨ ਦਾ ਪਿਓ ਸੀ, ਉਹ ਮਰ ਚੁੱਕਾ ਸੀ। ਤੇ ਖਾਨ ਬਹਾਦਰ ਨੇ ਉੱਥੇ ਆਪਣਾ ਪੁੱਤਰ ਜਿਹੜਾ ਸ਼ਾਹ ਨਿਵਾਜ਼ ਸੀ, ਹਯਾਤੁੱਲਾ, ਜਿਹੜਾ ਨਾਲ ਗਿਆ ਸੀ ਨਾਦਰ ਸ਼ਾਹ ਦੇ ਦਿੱਲੀ ਨੂੰ ਨਾਲ ਫੌਜ ਲੈ ਕੇ, ਉਹਨੂੰ ਮੁਲਤਾਨ ਦਾ ਨਾਇਬ ਸੂਬੇਦਾਰ ਬਣਾ ਕੇ ਭੇਜ ਦਿੱਤਾ। ਤੇ ਨਾਦਰ ਸ਼ਾਹ ਦੇ 5 ਮਹੀਨੇ ਹਿੰਦ ਵਿੱਚ ਰਹਿਣ ਦਾ ਕਰਕੇ ਸਿੱਖਾਂ ਵਾਸਤੇ ਕਹਿੰਦੇ ਇਹ ਬੜਾ ਸੁਨਹਿਰੀ ਸਮਾਂ ਸੀ। ਸਿੱਖਾਂ ਨੇ ਬੜੀ ਲੁੱਟਮਾਰ ਕਰਕੇ ਆਪਣੀ ਤਾਕਤ ਦੇ ਵਿੱਚ ਚੰਗਾ ਵਾਧਾ ਕਰ ਲਿਆ। ਉਸ ਵੇਲੇ ਸਿੱਖ ਪੂਰੀ ਤਰ੍ਹਾਂ ਜਥੇਬੰਦ ਸਨ। ਉਹਨਾਂ ਦੇ ਕੋਲ ਨਵਾਬ ਕਪੂਰ ਸਿੰਘ, ਸਰਦਾਰ ਬਾਗ ਸਿੰਘ, ਹੱਲੋਵਾਲੀਆ ਵਰਗੇ ਧੜੱਲੇਦਾਰ ਲੀਡਰ ਸਨ। ਤੇ ਨਾਦਰ ਸ਼ਾਹ ਦਿੱਲੀ ਨੂੰ ਜਾਂਦਾ ਹੋਇਆ ਸੂਬਾ ਲਾਹੌਰ ਦੀਆਂ ਸਾਰੀਆਂ ਫੌਜਾਂ ਨੂੰ ਨਾਲ ਲੈ ਗਿਆ ਸੀ ਜਦੋਂ ਦਿੱਲੀ ਨੂੰ ਗਿਆ ਸੀ ਲੜਨ ਵਾਸਤੇ। ਤੇ ਪਿੱਛੋਂ ਪੰਜਾਬ ਖਾਲੀ ਹੋ ਗਿਆ ਤੇ ਸਿੰਘ ਲੁਕੀਆਂ ਥਾਵਾਂ ਤੋਂ ਸਾਹਮਣੇ ਆਏ। ਮੈਦਾਨਾਂ ਦੇ ਵਿੱਚ ਆਣ ਕੇ ਸਿੱਖਾਂ ਨੇ ਲੁੱਟਮਾਰ ਕੀਤੀ ਹੈ। ਮੁਸਲਮਾਨਾਂ ਦੇ ਇਲਾਕਿਆਂ ਦੇ ਚੌਧਰੀਆਂ ਤੇ ਘਰ ਲੁੱਟੇ ਗਏ। ਅਨੇਕਾਂ ਲੋਕ ਹੋਰ ਸਨ ਜਿਨ੍ਹਾਂ ਨੇ ਮੁਸਲਮਾਨ ਹਾਕਮਾਂ ਦਾ ਸਾਥ ਦਿੱਤਾ ਸੀ, ਦਿਖਾਇਆ ਸੀ ਮੁਸਲਮਾਨਾਂ, ਉਹਨਾਂ ਨੂੰ ਫਿਰ ਮਾਰਿਆ ਗਿਆ। ਉਹਨਾਂ ਦੇ ਘਰ ਘਾਟ ਸਿੱਖਾਂ ਨੇ ਲੁੱਟੇ। ਕੁਝ ਸਿੰਘਾਂ ਦੇ ਵਿੱਚ ਰਲ ਗਏ। ਜਿਹੜਾ ਇੱਕ ਵਾਰ ਅੰਮ੍ਰਿਤ ਛਕ ਲੈਂਦਾ ਸੀ ਉਹ ਕਦੇ ਪਛਾਣ ਨਹੀਂ ਸੀ ਪਰਤਦਾ। ਇਸ ਤਰ੍ਹਾਂ ਮਾਲੀ ਹਾਲਤ ਜਿਹੜੇ ਸੀ ਇਹਦੇ ਨਾਲ ਸਿੱਖਾਂ ਦੀ ਵਧੀ, ਤਾਕਤ ਵੀ ਵਧੀ, ਮਾਲੀ ਹਾਲਾਤ ਤਾਕਤ ਵੀ ਵਧੀ। ਇਸ ਸਮੇਂ ਦੇ ਦੌਰਾਨ ਸਿੱਖਾਂ ਨੇ ਇੱਕ ਜਿਹੜਾ ਹੈ ਕਿਲਾ ਵੀ ਉਸਾਰ ਲਿਆ ਸੀ। ਸਿੱਖਾਂ ਦੇ ਵਿੱਚ ਲਗਨ ਜਾਗੀ ਕਿ ਇੱਕ ਕਿਲਾ ਉਸਾਰ ਲਿਆ ਜਾਵੇ। ਸਿੱਖਾਂ ਨੇ ਇੱਕ ਡੱਲੇਵਾਲ ਨਾਂ ਦਾ ਕਿਲਾ ਜਿਹੜਾ ਰਾਵੀ ਦੇ ਕੰਢੇ ਦੇ ਉੱਤੇ ਕੱਚਾ ਕਿਲਾ ਉਸਾਰਿਆ, ਜਿਹਦੀ ਰਚਨਾ 2 ਮੁੱਖ ਗੱਲਾਂ ਰੱਖ ਕੇ ਕੀਤੀ ਗਈ ਆ। ਇੱਕ ਲੁੱਟਮਾਰ ਦਾ ਮਾਲ ਸਾਂਭਣ ਵਾਸਤੇ ਤੇ ਦੂਸਰਾ ਔਖੇ ਵੇਲੇ ਦੁਸ਼ਮਣ ਦਾ ਟਾਕਰਾ ਕਰਨ ਵਾਸਤੇ। ਨਾਦਰ ਸ਼ਾਹ ਦੇ ਸਮੇਂ ਸਿੱਖਾਂ ਨੇ ਡੱਲੇਵਾਲ ਇੱਕ ਕਿਲਾ ਜਿਹੜਾ ਉਹ ਉਸਾਰ ਲਿਆ ਸੀ ਰਾਵੀ ਨਦੀ ਦੇ ਕੰਢੇ। ਤੇ ਸਿੱਖ ਇਸ ਵੇਲੇ ਇੰਨੇ ਦਲੇਰ ਹੋ ਗਏ ਸਨ ਕਿ ਉਹਨਾਂ ਦੇ ਡਰ ਸਾਰੇ ਲਾਹ ਦਿੱਤੇ। ਨਾਦਰ ਸ਼ਾਹ ਦੀ ਫੌਜ ਦੀ ਲੁੱਟ, ਹਜ਼ਾਰਾਂ ਦੀ ਗਿਣਤੀ ਵਿੱਚ ਬੱਧੇ ਹੋਏ ਹਿੰਦੂ ਲੜਕੇ ਲੜਕੀਆਂ ਨੂੰ ਜਿਹੜਾ ਛਡਾਉਣਾ, ਇਸ ਪ੍ਰਕਾਰ ਕਈ ਹਿੰਦੂ ਲੜਕੇ ਲੜਕੀਆਂ ਦੇ ਮਨ ਦੇ ਵਿੱਚ ਵੀ ਸਿੱਖ ਬਣਨ ਦਾ ਚਾਅ ਪੈਦਾ ਹੋਇਆ ਤੇ ਸਿੱਖ ਪੰਥ ਦੇ ਵਿੱਚ ਕਾਫੀ ਵਾਧਾ ਹੋਇਆ। ਤੇ ਫਿਰ ਉਸ ਤੋਂ ਬਾਅਦ ਨਾਦਰ ਸ਼ਾਹ ਤੋਂ ਵਿਹਲਾ ਹੋ ਕੇ
ਨਵਾਬ ਜ਼ਕਰੀਆ ਖਾਨ ਕੀ ਕਰਦਾ ਹੈ, ਸਿੱਖਾਂ ਉੱਤੇ ਕੀ ਕਾਰਵਾਈਆਂ ਕਰਦਾ ਹੈ, ਇਹ ਆਪਾਂ ਸਾਧ ਸੰਗਤ ਆਉਣ ਵਾਲੇ ਦਿਨਾਂ ਦੀਆਂ ਕਲਾਸਾਂ ਦੇ ਵਿੱਚ ਕੱਲ ਨੂੰ ਵਿਚਾਰਾਂਗੇ ਕਿ ਕਿਵੇਂ ਫਿਰ ਖਾਨ ਬਹਾਦਰ ਜ਼ਕਰੀਆ ਖਾਨ ਸਿੱਖਾਂ ਉੱਤੇ ਕਿਸ ਪ੍ਰਕਾਰ ਸਖਤੀ ਕਰਦਾ ਹੈ, ਕਿਵੇਂ ਅੱਗੇ ਇਤਿਹਾਸ ਚੱਲਦਾ ਹੈ, ਹੋਰ ਕੀ ਕੀ ਸਿੱਖ ਕਾਰੇ ਵਰਤਾਉਂਦੇ ਆ ਤੇ ਕਿਸ ਪ੍ਰਕਾਰ ਕਿਲੇ ਢਾਏ ਜਾਂਦੇ ਆ, ਫਿਰ ਕਿਵੇਂ ਸਿੰਘ ਮਾਝਾ ਛੱਡ ਕੇ ਕਰਦੇ ਆ, ਫਿਰ ਅਮੀਰਾ ਬੇਗ ਜਿਹੜਾ ਉਹਨੂੰ ਕਿਵੇਂ ਦੁਆਬੇ ਦਾ ਹਾਕਮ ਥਾਪਿਆ ਜਾਂਦਾ ਹੈ। ਹੋਰ ਜਿਹੜੀਆਂ ਗੱਲਾਂ ਹਨ ਉਹ ਆਪਾਂ ਕੱਲ ਦੀ ਕਲਾਸ ਵਿੱਚ ਸ਼ੁਰੂ ਕਰਾਂਗੇ ਤੇ ਸੁੱਖਾ ਸਿੰਘ ਮਹਿਤਾਬ ਸਿੰਘ ਮਸੀਹ ਦਾ ਸਿਰ ਵੱਢਣ ਹੋਣਗੇ, ਉਹ ਜਿਹੜੀ ਵਾਰਤਾ ਆਉਣ ਵਾਲੇ ਦਿਨਾਂ ਦੇ ਵਿੱਚ ਆਏਗੀ। ਸੋ ਇੱਥੇ ਹੀ ਕਲਾਸ ਦੀ ਸਮਾਪਤੀ ਹੈ। ਆਪ ਜੀ ਨੇ ਰੋਜ਼ ਜੁੜ ਕਰਕੇ ਇਹਨਾਂ ਕਲਾਸਾਂ ਦੇ ਵਿੱਚ ਹਾਜ਼ਰੀ ਭਰਦੇ ਹੋ, ਸੋ ਸਰਬਾ ਸੰਗਤ ਦਾ ਧੰਨਵਾਦ। ਇੱਥੇ ਹੀ ਸਮਾਪਤੀ ਹੈ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸੋ ਸਰਬਾ ਸੰਗਤ ਦਾ ਧੰਨਵਾਦ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।